हाँ जी, सत श्री अकाल जी। स्वागत है तुहाडा एक बार फिर तो रेस अकैडमी ऑफिशियल ਦੇ YouTube ਪਲੇਟਫਾਰਮ ਦੇ ਉੱਤੇ। ਮੇਰਾ ਨਾਮ ਹੈ ਪ੍ਰਸ਼ੋਤਮ ਸੰਧੂ। ਸੋ ਆਪਾਂ ਕਰ ਰਹੇ ਹਾਂ ਰੀਜ਼ਨਿੰਗ MCQ ਸੀਰੀਜ਼। ਸੋ ਅੱਜ ਇੱਕ ਤੁਹਾਡੇ ਲਈ ਨਵਾਂ ਅਧਿਆਇ ਆਪਾਂ ਲੈ ਕੇ ਆਏ ਰੀਜ਼ਨਿੰਗ MCQ ਸੀਰੀਜ਼ ਦਾ। ਸੋ ਉਮੀਦ ਹੈ ਤੁਹਾਨੂੰ ਇਹ ਸੈਸ਼ਨ ਜ਼ਰੂਰ ਪਸੰਦ ਆ ਰਹੇ ਹੋਣਗੇ। ਅਗਰ ਪਸੰਦ ਆ ਰਹੇ ਤੇ ਭਾਈ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਈਕ ਕਰ ਦਿਓ ਤੇ ਅਗਰ ਕੋਈ ਵੀ ਤੁਹਾਡਾ ਕਮੈਂਟ ਆ ਕੋਈ ਡਾਊਟ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਚੈਟ ਸੈਕਸ਼ਨ ਦੇ ਵਿੱਚ ਵੀ ਲਿਖ ਸਕਦੇ ਅਗਰ ਤੁਹਾਡੇ ਕੋਲ ਇਹ ਫੈਸਿਲਿਟੀ ਅਵੇਲੇਬਲ ਹੁੰਦੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ, ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਨੂੰ ਜ਼ਰੂਰ ਇੰਸਟਾਲ ਕਰ ਲਓ ਅਗਰ ਤੁਸੀਂ ਫਾਊਂਡੇਸ਼ਨ ਤੋਂ ਤਿਆਰੀ ਕਰਨਾ ਚਾਹੁੰਦੇ ਹੋ। ਫ੍ਰੀ ਦੇ ਡੇਲੀ PDF ਵਗੈਰਾ ਸਾਨੂੰ ਮੈਗਜ਼ੀਨ ਸਾਰਾ ਕੁਝ ਉਹਦੇ ਤੇ ਅਵੇਲੇਬਲ ਹੈ। ਸੋ ਕਰਦੇ ਹਾਂ ਆਪਾਂ ਅੱਜ ਦੇ ਸੈਸ਼ਨ ਨੂੰ ਸਟਾਰਟ। ਸੋ ਸੈਸ਼ਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹ ਸਾਡੇ ਕੋਲ ਜਿਹੜਾ ਕੁਐਸਚਨ ਆ ਕਲਾਸ ਸੀਰੀਜ਼ ਦਾ ਕੁਐਸਚਨ ਆ ਸਾਡੇ ਕੋਲ, ਜਿਵੇਂ ਕਿ ਤੁਹਾਨੂੰ ਉੱਤੇ ਲਿਖਿਆ ਜਿਹੜਾ ਆਪਾਂ ਪੜ੍ਹਦੇ ਹਾਂ। ਥੋੜਾ ਜਿਹਾ ਆਪਾਂ ਇਹਨੂੰ ਅਰੇਂਜਮੈਂਟ ਸੈੱਟ ਕਰ ਲੈਂਦੇ, ਬਾਅਦ ਚੋਂ ਨਹੀਂ ਸਾਨੂੰ ਜ਼ੂਮ ਕਰਨ ਦੀ ਲੋੜ ਪਊਗੀ ਤਾਂ ਆਪਾਂ ਇਹਨੂੰ ਕਰ ਲੈਂਦੇ ਹਾਂ। ਕਹਿੰਦੇ ਈਚ ਆਫ ਦਾ ਫੋਲੋਇੰਗ ਕੁਐਸਚਨ ਕੰਟੇਨ 4 ਪ੍ਰੋਬਲਮ ਫਿਗਰ ਐਂਡ 4 ਆਂਸਰ ਗਿਵਨ। select a figure amongst the answer figure which will be continued the same series as given below। ਸੋ ਸਾਨੂੰ ਪਤਾ ਹੈ ਕਿ ਆ ਜਿਹੜੀ ਸੇਮ ਸੀਰੀਜ਼ ਦੀ ਗੱਲ ਕਰਾਂਗੇ ਤਾਂ ਆ ਸਾਡੇ ਕੋਲ ਸੀਰੀਜ਼ ਚੱਲਦੀ। ਅਗਰ ਇਹਨੂੰ ਆਪਾਂ ਇੱਕ ਡਾਇਗਰਾਮ ਮੰਨ ਲਈ, ਇਹਨੂੰ 2, ਇਹਨੂੰ 3 ਦਿਨ 5ਵੇਂ ਨੰਬਰ ਦੇ ਉੱਤੇ ਸਾਡੇ ਕੋਲ ਕੀ ਜਿਹੜੀ ਆ ਉਹ ਇਮੇਜ ਬਣ ਕੇ ਆਊਗੀ। ਸੋ ਦੇਖਾਂਗੇ ਇਹਨਾਂ 4 ਡਾਇਗਰਾਮਾਂ ਦੇ ਵਿੱਚੋਂ A B C ਦੇ ਵਿੱਚੋਂ ਕਿਹੜੀ ਸਾਡੀ ਜਿਹੜੀ ਉਹ ਪੈਟਰਨ ਜਿਹੜਾ ਸਾਡਾ ਕੰਪਲੀਟ ਹੋਊਗਾ। ਹੋਪ ਸੋ ਤੁਸੀਂ ਉੱਤੇ ਵਾਲਾ ਪੈਟਰਨ ਜਿਹੜਾ ਪੜ੍ਹ ਲਿਆ ਹੋਊਗਾ। ਸੋ ਇਹਨੂੰ ਆਪਾਂ ਥੋੜ੍ਹਾ ਜਿਹਾ ਜ਼ੂਮ ਇਨ ਕਰ ਲੈਂਦੇ ਹਾਂ ਅਗਰ ਕੁਐਸਚਨ ਸਾਡਾ ਵਧੀਆ ਤਰੀਕੇ ਦੇ ਨਾਲ ਸਾਨੂੰ ਦਿਸੂਗਾ ਉਸ ਕਰਕੇ। ਸੋ ਆਪਾਂ ਦੇਖਾਂਗੇ ਕਿ ਕਿਵੇਂ ਸਾਡੀ ਜਿਹੜੀ ਸੀਰੀਜ਼ ਉਹ ਕੰਪਲੀਟ ਹੋ ਜੂਗੀ। ਹਾਂਜੀ, ਸੋ ਦੇਖਾਂਗੇ ਆਪਾਂ ਇਹਦੇ ਵਿੱਚ ਜਿਹੜਾ ਆ ਸਾਨੂੰ ਪਤਾ ਕਿ ਸੀਰੀਜ਼ ਦੇ ਵਿੱਚ ਮੈਕਸਿਮਮ ਜਿਹੜਾ ਕੰਮ ਆਪਣਾ ਰੋਟੇਸ਼ਨ ਮੈਥਡ ਦੇ ਨਾਲ ਕਰ ਹੋ ਜਾਂਦਾ ਜਦੋਂ ਕਿ ਸਾਡੀ ਸਿੰਗਲ ਫਿਗਰ ਗਿਵਨ ਹੋਵੇ। ਅਗਰ ਫਿਗਰ ਸਾਡੇ ਕੋਲ ਕੰਪਲੀਕੇਟਡ ਹੋਵੇ ਥੋੜੀ ਜਿਹੀ, ਜਿਹਦੇ ਵਿੱਚ ਨੰਬਰ ਆਫ ਲੈਟਰ ਜਾਂ ਸਿੰਬਲ ਸਾਡੇ ਕੋਲ ਜ਼ਿਆਦਾ ਦਿੱਤੇ ਹੋਣ, ਦੈਨ ਸਾਨੂੰ ਉਹਦੇ ਵਿੱਚ ਪਤਾ ਹੁੰਦਾ ਕਿ ਆਪਾਂ ਦੇਖਾਂਗੇ ਕਿ 0.5 ਦੇ ਨਾਲ ਇਨਕਰੀਜ਼ ਹੋਇਆ ਜਾਂ 0.1 ਦੇ ਨਾਲ ਜਿਹੜਾ ਵੀ ਸਾਡਾ ਇਨਟੂ, ਜਿਵੇਂ ਕਿ ਸਾਡੀ ਸੀਰੀਜ਼ ਪ੍ਰੋਸੀਡ ਕਰਦੀ ਹੈ ਨੌਨ ਵਰਬਲ ਦੀ ਉਵੇਂ ਹੀ ਵਰਬਲ ਦੀ ਉਵੇਂ ਹੀ ਨੌਨ ਵਰਬਲ ਦੀ ਹੁੰਦੀ ਹੈ। ਜਾਂ ਆਪਾਂ ਦੇਖਦੇ ਹਾਂ ਕਿ ਅਲਟਰਨੇਟ ਮੈਥਡ ਦੇ ਨਾਲ ਆਪਾਂ ਸੋਲਵ ਕਰਦੇ ਹਾਂ। ਸੋ ਉਹ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੂਗੇ। ਸੋ ਫਿਲਹਾਲ ਆਪਾਂ ਇਸ ਕੁਐਸਚਨ ਦੀ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਸਾਨੂੰ ਦੇਖਣਾ ਪਊਗਾ ਕਿ ਅਗਰ ਡਾਇਗਰਾਮ ਸਾਡੀ ਸਭ ਤੋਂ ਪਹਿਲਾਂ ਇਵੇਂ ਸੀ, ਸੋ ਕੀ ਹੋਇਆ ਇਹ 90 ਡਿਗਰੀ ਕਲੌਕਵਾਈਜ਼ ਘੁੰਮ ਕੇ ਇਹ ਕਿੱਦਾਂ ਹੋ ਗਈ ਆ। ਇਹ ਸਾਡੀ ਅਗਰ ਹੋਰੀਜ਼ੋਨਟਲ ਸੀਗੀ ਤਾਂ ਦੈਨ ਇਹ ਸਾਡੀ ਵਰਟੀਕਲ ਹੋ ਗਈ ਹੈ। ਵਰਟੀਕਲ ਹੋ ਗਈ, ਦੈਨ ਵਰਟੀਕਲ ਹੋਣ ਦੇ ਨਾਲ ਨਾਲ ਇੱਕ ਐਡੀਸ਼ਨਲ ਚੀਜ਼ ਇਹਦੇ ਵਿੱਚ ਐਡ ਹੋ ਗਈ ਆ। ਉਹ ਚੀਜ਼ ਕਿਹੜੀ ਐਡ ਹੋਈ ਆ ਕਿ ਆਹ ਤੁਹਾਡੀ ਜਿਹੜੀ ਇੱਕ ਸਿੰਗਲ ਲਾਈਨ ਇਹਨਾਂ ਨੇ ਨਾਲ ਐਡ ਕਰ ਦਿੱਤੀ ਆ, ਆਹ ਸਿੰਗਲ ਲਾਈਨ। ਸੋ ਸਿੰਗਲ ਲਾਈਨ ਐਡ ਕਰ ਦਿੱਤੀ, ਦੈਨ ਉਸ ਤੋਂ ਬਾਅਦ ਇਹ ਵਰਟੀਕਲ ਸੀਗੀ, ਦੈਨ ਕਲੌਕਵਾਈਜ਼ ਘੁੰਮ ਕੇ ਕੀ ਹੋ ਗਈ ਸਾਡੀ, ਫਿਰ ਇਹ 90 ਡਿਗਰੀ ਕਲੌਕਵਾਈਜ਼ ਘੁੰਮ ਕੇ ਕੀ ਹੋ ਗਈ ਆ, ਇਹ ਜਿਹੜੀ ਆਪਣੀ ਕਿੰਨੀ ਹੋ ਗਈ ਆ ਵਰਟੀਕਲ ਹੌਰੀਜ਼ੋਨਟਲ ਪਲੇਨ ਤੇ ਹੋ ਗਈ ਹੈ। ਦੈਨ ਉਸ ਤੋਂ ਬਾਅਦ ਹੁਣ ਨਵਾਂ ਕੀ ਐਡ ਹੋ ਗਿਆ ਕਿ ਇਹਦੇ ਵਿੱਚ 2 ਲਾਈਨ ਜਿਹੜੀਆਂ ਆਪਣੀਆਂ ਇਨਕਲੂਡ ਹੋ ਗਈਆਂ। ਉਸ ਤੋਂ ਬਾਅਦ ਕੀ ਕੀਤਾ, ਇਹ ਫਿਰ 90 ਡਿਗਰੀ ਘੁੰਮੂਗਾ ਤਾਂ ਦੈਨ ਉਸ ਤੋਂ ਬਾਅਦ ਇਹ ਫਿਰ ਵਰਟੀਕਲ ਪਲੇਨ ਦੇ ਉੱਤੇ ਹੋ ਜਾਊਗਾ। ਹੁਣ ਇਸ ਵਾਰ ਕੀ ਹੋਇਆ, ਇਹਦੇ ਵਿੱਚ ਜਿਹੜੀਆਂ 3 ਲਾਈਨਸ ਆ ਉਹ ਜਿਹੜੀਆਂ ਐਡੀਸ਼ਨਲੀ ਐਡ ਹੋ ਗਈਆਂ। 3 ਲਾਈਨਸ ਦੀ ਗੱਲ ਕਰਦੇ ਆਪਾਂ, ਚਲੋ ਮੈਂ ਸਾਈਡ ਦੇ ਉੱਤੇ ਬਣਾ ਦਿੰਦਾ ਜਿਹੜੀਆਂ ਕਿ ਆਹ ਬਣੀਆਂ ਹੋਈਆਂ ਸਾਨੂੰ ਵਿਜ਼ੂਅਲਾਈਜ਼ ਕਰਾਉਣ ਦੇ ਲਈ ਸੀਗਾ। ਦੈਨ ਹੁਣ ਉਸ ਤੋਂ ਬਾਅਦ ਕੀ ਹੋ ਜਾਊਗਾ, ਇਹ ਫਿਰ 90 ਡਿਗਰੀ ਘੁੰਮੂਗਾ ਤਾਂ ਹੁਣ ਸਾਡੇ ਕੋਲ ਪਲੇਨ ਕਿਵੇਂ ਬਣ ਕੇ ਆਊਗਾ, ਆਹ ਸਾਡਾ ਇਵੇਂ ਦਾ ਪਲੇਨ ਬਣੂਗਾ। 90 ਡਿਗਰੀ ਘੁੰਮੂਗਾ ਤਾਂ ਆਹ ਇਹਦਾ ਜਿਹੜਾ ਆ ਤੀਰ ਵਾਲਾ ਪੁਆਇੰਟ ਇਵੇਂ ਹੋ ਜਾਊਗਾ। ਤਾਂ ਉੱਤੇ ਵਾਲਾ ਪੁਆਇੰਟ ਜਿਹੜਾ ਉਹ ਉੱਤੇ ਨੂੰ ਸ਼ੇਡ ਕਰਕੇ ਜਿਹੜਾ ਫੇਸ ਕਰਕੇ ਉਹ ਬਣ ਜਾਊਗਾ। ਸੋ ਆਹ ਜਿਹੜੀ ਡਾਇਗਰਾਮ ਆ ਸਾਡੀ ਉਹ ਇਵੇਂ ਦੀ ਜਿਹੜੀ ਸਾਡੀ ਬਣ ਕੇ ਆ ਜਾਊਗੀ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ, ਅਗਰ ਲਾਈਨ ਇਨਕਲੂਡ ਹੁੰਦੀਆਂ ਪਈਆਂ, ਲਾਈਨ ਇਹਦੇ ਇਸ ਸਰਫੇਸ ਦੇ ਉੱਤੇ ਆ ਰਹੀ ਹੈ, ਇੱਕ ਲਾਈਨ ਸਾਡੀ ਇੱਕ ਸਰਫੇਸ ਹੋ ਗਿਆ, 2 3 4। ਸੋ ਇਹ ਸਾਡੇ ਕੋਲ ਡਾਇਗਰਾਮ ਬਣ ਕੇ ਆਊਗੀ। ਤੁਸੀਂ ਦੇਖ ਸਕਦੇ ਹੋ ਆਪਸ਼ਨ ਨੰਬਰ A ਹੀ ਸਾਨੂੰ ਜਿਹੜਾ ਇਦਾਂ ਦਾ ਮਿਲ ਰਿਹਾ, ਕਿਉਂਕਿ ਇਹਦੇ ਵਿੱਚ ਹੀ 4 ਲਾਈਨਾਂ ਤਾਂ ਇਹਦੇ ਵਿੱਚ ਵੀ ਹੈਗੀ, ਪਰ ਡਾਇਗਰਾਮ ਸਾਡੀ ਇਵੇਂ ਨਹੀਂ ਬਣੂਗੀ। ਇਹਦੇ ਵਿੱਚ ਸਾਡੇ ਕੋਲ ਕੀ ਆ, ਰਾਈਟ ਸਾਈਡ 4 ਲਾਈਨਾਂ ਇਵੇਂ ਨਹੀਂ ਬਣੂਗੀ। ਦੈਨ ਇਸ ਡਾਇਗਰਾਮ ਸਿਮਿਲਰ ਇਹਦੇ ਹੈਗੀ, ਪਰ ਇਹਦੇ ਵਿੱਚ ਕੀ ਹੈ ਸਿਰਫ 3 ਹੀ ਲਾਈਨਾਂ ਜਿਹੜੀਆਂ ਸਾਡੇ ਕੋਲ ਹੈਗੀਆਂ। ਸੋ ਆਪਸ਼ਨ ਨੰਬਰ A ਇਸ ਕੁਐਸਚਨ ਦਾ ਸਹੀ ਆਨਸਰ ਹੋ ਜਾਊਗਾ। ਜਿਵੇਂ ਕਿ ਸਾਡੀ ਡਾਇਗਰਾਮ ਜਿਹੜੀ ਨੈਕਸਟ ਪ੍ਰੋਸੀਡ ਕਰਾਊਗੀ ਆ ਤੁਹਾਡੇ ਜਿਹੜੇ ਵਿੱਚ ਬਾਲ ਜੇ ਬਣੇ ਹੋ ਕੰਧਾ ਜੋ ਵੀ ਤੁਸੀਂ ਮੰਨ ਕੇ ਚੱਲ ਸਕਦੇ ਹੋ। ਸੋ ਇਹ ਤੁਹਾਡੀ ਡਾਇਗਰਾਮ ਜਿਹੜੀ ਹੋ ਜੂਗੀ। ਅਗਲਾ ਕੁਐਸਚਨ ਤੁਹਾਡਾ ਵੇਨ ਡਾਇਗਰਾਮ ਦਾ। ਵੇਨ ਡਾਇਗਰਾਮ ਦੀ ਜਿਹੜੀ ਸੈਕੰਡ ਟਾਈਪ ਹੁੰਦੀ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਕੀ ਸਾਨੂੰ ਜਿਹੜਾ ਪੁੱਛਿਆ ਜਾਂਦਾ। ਵੇਨ ਡਾਇਗਰਾਮ ਤਾਂ ਇੱਕ ਸਰਕਲ ਦੇ ਨਾਲ ਰੀਪ੍ਰੈਜ਼ੈਂਟ ਹੁੰਦਾ। ਜਦੋਂ ਮਲਟੀਪਲ ਜਿਓਮੈਟਰੀਕਲ ਫਿਗਰ ਦੇ ਵਿੱਚ ਨੰਬਰ ਸਾਨੂੰ ਰੀਪ੍ਰੈਜ਼ੈਂਟ ਕੀਤੇ ਹੋਣ, ਦੈਨ ਉਸ ਦੀ ਇਹ ਕੈਟਾਗਰੀ ਹੈ। ਕੀ ਪੁੱਛਿਆ ਹੋਇਆ, ਕਹਿੰਦੇ ਇਨ ਦਾ ਫੋਲੋਇੰਗ ਫਿਗਰ ਦਾ ਸੈਮੀ ਸਰਕਲ ਸਟੈਂਡ ਫॉर ਬ੍ਰਦਰ। ਅਗਰ ਸਟੈਂਡ ਫॉर ਬ੍ਰਦਰ ਕਰਦਾ ਪਿਆ ਤਾਂ ਦੈਨ ਉਹਨਾਂ ਨੂੰ ਆਪਾਂ ਮੈਂਸ਼ਨ ਕਰ ਲੈਂਦੇ ਹਾਂ, ਇਹਨੂੰ ਬ੍ਰਦਰ ਦੇ ਨਾਲ ਦਿਖਾ ਲੈਂਦੇ ਹਾਂ। ਦਾ ਰੈਕਟੈਂਗਲ ਸਟੈਂਡ ਫॉर ਫਾਦਰ। ਆਹ ਰੈਕਟੈਂਗਲ ਆ ਤਾਂ ਦੈਨ ਇਹਨੂੰ ਆਪਾਂ ਫਾਦਰ F ਦੇ ਨਾਲ ਦਿਖਾ ਲੈਂਦੇ ਹਾਂ।
ਸਕੇਅਰ ਸਟੈਂਡ ਫॉर ਅੰਕਲ, ਸਕੇਅਰ ਸਟੈਂਡ ਫॉर ਅੰਕਲ, ਆ ਯੂ ਦੀ ਗੱਲ ਕਰ ਲੈਂਦੇ ਹਾਂ, ਐਂਡ ਟਰਾਈਐਂਗਲ ਸਟੈਂਡ ਫॉर ਗ੍ਰੈਂਡਫਾਦਰ, ਦੈਨ ਇਹਨੂੰ ਆਪਾਂ ਕਹਿ ਲੈਂਦੇ ਹਾਂ ਕਿ ਗ੍ਰੈਂਡਫਾਦਰ। ਸੋ ਇਹ ਸਾਡੀ ਇਨਫੋਰਮੇਸ਼ਨ ਹੋ ਗਈ। ਦੈਨ ਉਸ ਤੋਂ ਬਾਅਦ ਆਪਾਂ ਦੇਖਣਾ ਹੁੰਦਾ ਕਿ ਸਾਨੂੰ ਕੁਐਸਚਨ ਨੇ ਕੀ ਪੁੱਛਿਆ ਹੋਇਆ। ਕੁਐਸਚਨ ਸਾਨੂੰ ਕਹਿੰਦਾ ਦ ਲੈਟਰ ਸਿੰਗਲ ਲੈਟਰ ਦੀ ਗੱਲ ਕੀਤੀ, ਦ ਲੈਟਰ ਵਿਚ ਰੀਪ੍ਰਜੈਂਟਸ ਬ੍ਰਦਰ, ਅੰਕਲ ਕੋਮਾ ਫਾਦਰ ਐਂਡ ਗ੍ਰੈਂਡਫਾਦਰਸ। ਸੋ ਇਹਦਾ ਮਤਲਬ ਕਿ ਆਪਾਂ ਉਹ ਦੇਖਾਂਗੇ ਕਿ ਜਿਹੜੀ ਚਾਰੇ ਜਿਓਮੈਟਰੀਕਲ ਫਿਗਰ ਦੇ ਵਿੱਚ ਆਪਣੀ ਜਿਹੜੀ ਉਹ ਜਿਹੜਾ ਲੈਟਰ ਆਉਂਦਾ ਹੋਊਗਾ ਉਹ ਆਪਾਂ ਦੱਸਾਂਗੇ। ਤਾਂ ਦਾ ਲੈਟਰ ਸਾਨੂੰ ਕਨਫਰਮ ਹੀ ਕਰਦਾ ਪਿਆ ਕਿਉਂਕਿ ਆਪਸ਼ਨ ਵੀ ਸਾਡੇ ਕੋਲ ਇੱਕ ਹੀ ਹੈ। ਸੋ ਦੇਖਾਂਗੇ ਆਪਾਂ ਆਪਸ਼ਨ ਐਲੀਮੀਨੇਸ਼ਨ ਦੇ ਨਾਲ ਕਰ ਸਕਦੇ ਹਾਂ। ਬਾਕੀ ਸਭ ਤੋਂ ਬੈਸਟ ਮੈਥਡ ਸਾਨੂੰ ਜਿਹੜਾ ਦਿਖਦਾ ਹੀ ਪਿਆ। ਸੋ ਆਈ ਸਾਡਾ ਇੱਕ ਸਿੰਗਲ ਲੈਟਰ ਆ, ਜੀ ਡਬਲ ਦੇ ਵਿੱਚ ਆ ਰਿਹਾ ਪਿਆ, ਆਈ ਜਿਹੜਾ ਡਬਲ ਦੇ ਐਚ ਜਿਹੜਾ ਆਉਂਦਾ ਪਿਆ, ਦੈਨ ਆਈ ਵੀ ਸਾਡਾ ਸਿੰਗਲ ਆ, ਡੀ ਸਾਡਾ ਸਿੰਗਲ ਆ ਈ ਸਾਡਾ 3 ਲੈਟਰ ਦੇ ਵਿੱਚ ਆਉਂਦਾ ਪਿਆ, ਸੀ ਸਾਡਾ ਸਿੰਗਲ ਆ ਜਿਹੜਾ ਆਈ ਆ ਉਹ ਸਿੰਗਲ ਦੇ ਵਿੱਚ ਆ, ਕੇ ਸਾਡਾ ਡਬਲ ਦੇ ਵਿੱਚ ਆ, ਜਿਹੜਾ ਬੀ ਆ ਉਹ ਸਾਡਾ ਕਿੰਨਿਆਂ ਦੇ ਵਿੱਚ ਆ 3 ਦੇ ਵਿੱਚ, ਤੇ ਦੈਨ ਇਹ ਜਿਹੜਾ ਚਾਰਾਂ ਦੇ ਵਿੱਚ ਆ ਉਹ ਸਾਡੇ ਕੋਲ ਇੱਕ ਹੀ ਲੈਟਰ ਆ, ਕਿਹੜਾ ਜਿਹੜਾ ਕਿ ਸਾਡੇ ਕੋਲ ਲੈਟਰ ਆ ਆਪਸ਼ਨ ਏ, ਜਿਹੜਾ ਸਾਡੇ ਕੋਲ ਲੈਟਰ ਉਹ ਸਾਰਿਆਂ ਦੇ ਵਿੱਚ ਆਉਂਦਾ ਪਿਆ। ਆਨਸਰ ਸਾਡਾ ਏ ਆ, ਧਿਆਨ ਦੇ ਨਾਲ ਸਮਝਿਓ, ਆਨਸਰ ਸਾਡਾ ਏ ਆ, ਪਰ ਆਪਸ਼ਨ ਨੰਬਰ ਬੀ ਆ। ਆਨਸਰ ਕੱਢਣ ਤੋਂ ਇਲਾਵਾ ਆਨਸਰ ਨੂੰ ਮਾਰਕ ਕਰਨ ਦਾ ਵੀ ਜਿਹੜਾ ਸਾਨੂੰ ਤਜਰਬਾ ਜਿਹੜਾ ਆਉਣਾ ਚਾਹੀਦਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਇਹ ਸਾਡੇ ਮਾਈਂਡ ਦੇ ਵਿੱਚ ਸਟਰਾਈਕ ਕਰਦਾ ਹੁੰਦਾ, ਆਪਾਂ ਆਪਸ਼ਨ ਨੰਬਰ ਏ ਹੀ ਟਿਕ ਕਰਕੇ ਜਿਹੜਾ ਦੌੜ ਜਾਂਦੇ ਹਾਂ, ਆਪਾਂ ਕਲਿੱਕ ਕਰ ਲੈਂਦੇ। ਅਗਰ ਸਾਡਾ ਆਨਲਾਈਨ ਪੇਪਰ ਹੋਵੇ ਮੈਕਸੀਮਮ ਕੇਸ ਦੇ ਵਿੱਚ, ਤਾਂ ਆਫਲਾਈਨ ਵੇਲੇ ਤਾਂ ਫਿਰ ਵੀ ਸਾਡੇ ਕੋਲ ਥੋੜ੍ਹਾ ਜਿਹਾ ਟਾਈਮ ਕਿਤੇ ਨਾ ਕਿਤੇ ਇੱਕ ਕੁਐਸਚਨ ਲਈ 2 ਜਾਂ 3 ਸੈਕਿੰਡ ਫਾਲਤੂ ਆਪਾਂ ਲਾ ਦਿੰਦੇ ਹਾਂ। ਸੋ ਇਹ ਆਪਸ਼ਨ ਗਲਤ ਹੋ ਜਾਊਗਾ, ਆਨਸਰ ਇਹ ਆ ਬਟ ਆਪਸ਼ਨ ਬੀ ਆ। ਸਮਝ ਲੱਗ ਗਈ ਜੀ। ਅਗਲਾ ਕੁਐਸਚਨ ਚੱਲਦੇ ਹਾਂ ਆਪਾਂ, ਇਹਨੂੰ ਮਾਰਕ ਕਰ ਲਓ ਕਿ ਭਾਈ ਮੋਸਟ ਇੰਪੋਰਟੈਂਟ ਕੁਐਸਚਨ ਆ ਤੁਹਾਡਾ, ਪ੍ਰੀਵੀਅਸ ਈਅਰ ਦਾ ਕੁਐਸਚਨ ਆ ਤੁਹਾਡਾ, ਬਹੁਤ ਹੀ ਤੁਹਾਡਾ ਜਿਹੜਾ ਇਹਦੇ ਵਿੱਚ ਦਿਮਾਗ ਲਗਾਉਣਾ ਪਊਗਾ। ਸੋ ਕਿਵੇਂ ਇਹਨੂੰ ਆਪਾਂ ਕਰਾਂਗੇ ਭਾਈ, ਦੇਖੋ 2 12 36 ਸਾਡਾ ਕਿੰਨਾ ਹੋ ਜਾਊਗਾ ਕੁਐਸਚਨ ਮਾਰਕ 150 ਹੋ ਜਾਊਗਾ, ਆ 252 ਹੋ ਜਾਊਗਾ। ਦੇਖੋ ਕੀ ਕਹਿ ਸਕਦੇ ਆਪਾਂ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਸੀਰੀਜ਼ ਦਾ ਜਿਹੜਾ ਨੇਚਰ ਪਛਾਣਨਾ ਚਾਹੀਦਾ। ਸੋ ਨੇਚਰ ਪਛਾਣਨ ਦੀ ਗੱਲ ਕਰਾਂਗੇ ਕਿ ਇੱਕ ਸਿੰਗਲ ਡਿਜਿਟ ਦੀ ਗੱਲ ਕਰਾਂਗੇ, ਸਿੰਗਲ ਡਿਜਿਟ ਦੀ ਗੱਲ ਕਰ ਲਈ ਤਾਂ ਸਾਡਾ 3 ਡਿਜਿਟ ਤੱਕ ਆ ਗਿਆ, ਆਪਾਂ ਕਰਾਂਗੇ ਮਲਟੀਪਲਾਈ। ਸਾਡੇ ਦਿਮਾਗ 'ਚ ਪਹਿਲਾਂ ਇਹੀ ਚੀਜ਼ ਆਉਂਦੀ, ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜਾ ਕੁਐਸਚਨ ਮਾਰਕ ਆ ਇਹ ਸਾਡੇ ਸੈਂਟਰ ਦੇ ਵਿੱਚ ਹੈ, ਕੀ ਸਾਨੂੰ ਮਲਟੀਪਲਾਈ ਕਰਨ ਦੇ ਨਾਲ ਆਪਾਂ ਇਹਦੇ ਤੱਕ ਪੁੱਜ ਜਾਵਾਂਗੇ। ਅਗਰ ਨਹੀਂ ਪੁੱਜ ਪਾਵਾਂਗੇ ਸੋ ਸਾਨੂੰ ਥੋੜ੍ਹਾ ਜਿਹਾ ਸਾਨੂੰ ਪਤਾ ਕਿ ਸਾਡਾ ਕਿਤੇ ਨਾ ਕਿਤੇ ਜਿਹੜਾ ਡਿਫਰੈਂਸ ਮੈਥਡ ਹੁੰਦਾ ਉਹ ਵੀ ਕਿਤੇ ਨਾ ਕਿਤੇ ਮਲਟੀਪਲਾਈ ਦਾ ਹੀ ਜਿਹੜਾ ਕੰਮ ਕਰਦਾ ਪਿਆ। ਸੋ ਇਹਦੇ ਵਿੱਚ ਆਪਾਂ ਡਿਫਰੈਂਸ ਮੈਥਡ ਲਵਾਂਗੇ। ਸੋ ਕੀ ਹੋ ਜਾਊਗਾ, 2 ਤੋਂ 12 ਦੀ ਗੱਲ ਕਰਾਂਗੇ, ਸਾਡੇ ਕੋਲ ਕਿੰਨਾ ਆ ਜਾਊਗਾ 10 ਦਾ ਡਿਫਰੈਂਸ ਆ ਜਾਊਗਾ। ਦੈਨ ਉਸ ਤੋਂ ਬਾਅਦ 12 ਤੋਂ 36 ਦੀ ਗੱਲ ਕਰਾਂਗੇ ਤਾਂ ਦੈਨ ਇਹਦੇ ਵਿੱਚ 12 30 36 ਹੁੰਦਾ, ਮਤਲਬ 2 ਵਾਰੀ 12 ਚਾਹੀਦਾ ਹੁੰਦਾ, 24 ਦੀ ਗੱਲ ਕਰ ਲਵਾਂਗੇ। ਦੈਨ ਹੁਣ ਨੈਕਸਟ ਸਾਨੂੰ ਪਤਾ ਨਹੀਂ ਕੀ ਹੋਊਗਾ, ਦੈਨ ਨੈਕਸਟ ਸਾਨੂੰ ਡਿਫਰੈਂਸ ਨਹੀਂ ਪਤਾ। ਦੈਨ 152 ਤੋਂ 252 ਦਾ ਜਿਹੜਾ ਡਿਫਰੈਂਸ ਆ ਉਹ ਆਪਣੇ ਕੋਲ ਕਿੰਨਾ ਆ ਜਾਊਗਾ, ਤੁਸੀਂ ਦੇਖ ਸਕਦੇ ਹੋ ਕਿ 102 ਦਾ ਜਿਹੜਾ ਉਹ ਡਿਫਰੈਂਸ ਆ ਜਾਊਗਾ। ਦੇਖ ਲਓ ਕਿ ਇੱਕ ਵਾਰੀ 150 ਆ 2 ਆ ਜਾਊਗਾ, 0 ਐਜ਼ ਇਟ ਇਜ਼ 102 ਜਿਹੜਾ ਉਹ ਹੋ ਜਾਊਗਾ। ਸਿਮਿਲਰਲੀ ਤੁਹਾਡੇ ਦਿਮਾਗ ਸਾਹਮਣੇ ਸੀਗਾ ਕਿ 150 ਦੇ ਵਿੱਚ 100 ਜੋੜ ਦਿਓ, ਸਾਡਾ 200 ਹੋ ਜਾਊਗਾ, 2 ਹੋਰ ਉੱਤੇ ਨੂੰ ਦੇ ਦਿਓ ਤਾਂ 250 ਹੋ ਜਾਊਗਾ। ਹੁਣ ਤੁਹਾਡੇ ਕੋਲ ਕੀ ਦਿਮਾਗ ਦੇ ਵਿੱਚ ਆਉਂਦਾ, ਸਾਡਾ ਡਬਲ ਡਿਫਰੈਂਸ ਲੈਣ ਦਾ ਦਿਲ ਕਰਦਾ ਕਿਉਂਕਿ 10 ਤੇ 24 ਦਾ ਸਾਨੂੰ ਸਿੱਧੀ ਤਰ੍ਹਾਂ ਨਾਲ ਜਿਹੜਾ ਤਰੀਕਾ ਉਹ ਨਹੀਂ ਪਤਾ ਲੱਗਦਾ ਪਿਆ। ਸੋ ਤੁਸੀਂ ਕੀ ਕਹੋਗੇ ਕਿ ਭਾਈ ਇਹ 10 ਤੇ 24 ਸਾਡੇ ਕੋਲ ਕਿੰਨੇ ਦਾ ਡਿਫਰੈਂਸ ਆ, ਸਾਡੇ ਕੋਲ 14 ਦਾ ਡਿਫਰੈਂਸ ਆ, 14 ਦਾ ਡਿਫਰੈਂਸ ਆ। ਤੁਸੀਂ ਇਹਨੂੰ ਧਿਆਨ ਦੇ ਨਾਲ ਸਮਝਿਓ। ਸੋ ਇਹ ਨੰਬਰ ਸਾਨੂੰ ਕਿਤੇ ਵੀ ਸਕੁਅਰ ਐਂਡ ਕਿਊਬ ਦੇ ਲਾਗੇ ਜਿਹੜੇ ਉਹ ਇਹ ਵੀ ਨਹੀਂ ਦਿਖਦੇ ਪਏ, ਪਰ ਅਗਰ ਤੁਸੀਂ ਇਹਨੂੰ ਟਰਾਈ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਸੀਰੀਜ਼ ਤੁਹਾਡੀ ਬਹੁਤ ਹੀ ਕੰਪਲੀਕੇਟਡ ਹੋ ਜੂਗੀ। ਅਗਰ ਮੈਂ ਇਹਨੂੰ ਦਿਖਾ ਵੀ ਦੇਵਾਂ ਤੁਹਾਡੇ ਦਿਮਾਗ ਦੇ ਵਿੱਚ ਅਗਰ ਬਣਦਾ ਹੋਵੇ ਕਿ ਇਹ 2 ਦਾ ਸਕੁਅਰ ਕਿੰਨਾ ਹੈ ਪਲੱਸ 2 ਆ, ਦੈਨ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਕਿ ਆਹ ਤੁਹਾਡਾ 24 ਕੀ ਤੁਸੀਂ ਮੰਨੋਗੇ ਕਿ 3 ਦਾ ਕਿਊਬ ਮਾਈਨਸ ਕਿੰਨਾ ਹੋ ਜਾਊਗਾ, 3 ਦਾ ਕਿਊਬ ਮਾਈਨਸ 3 ਕਿੰਨਾ ਹੋ ਜਾਊਗਾ, ਜਿਹੜਾ ਤੁਹਾਡਾ 27 ਹੋ ਜਾਊਗਾ। ਦੈਨ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਆਹ ਪਲੱਸ ਕੀਤਾ ਦੈਨ ਆਹ ਮਾਈਨਸ ਕੀਤਾ, ਤਾਂ ਉਹ ਉਸ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਕੀ ਆਊਗਾ ਕਿ 4 ਦਾ ਕਿਊਬ ਪਲੱਸ 4 ਕਰੋਗੇ ਤਾਂ ਕਿੰਨਾ ਆ ਜਾਊਗਾ ਤੁਹਾਡਾ 16 ਤੇ ਪਲੱਸ 64 ਤੁਹਾਡਾ 80 ਆ ਜਾਊਗਾ। ਇਹ 80 ਆ ਜਾਊਗਾ। ਇਹ ਤੁਹਾਨੂੰ ਸਮਝਾਉਣਾ ਪਿਆ। ਅਗਰ 80 ਦਾ ਡਿਫਰੈਂਸ ਲੈਣ ਦੀ ਗੱਲ ਕਰੀਏ, ਅਗਰ 80 ਇੱਥੇ ਡਿਫਰੈਂਸ ਹੀ 80 ਆ ਗਿਆ, ਇੱਥੇ ਡਿਫਰੈਂਸ ਹੀ 80 ਆ ਗਿਆ। ਤੁਸੀਂ ਦੇਖੋ ਕਿ ਡਿਫਰੈਂਸ ਦੀ ਗੱਲ ਕਰਦਾ ਪਿਆ ਪਰ ਆਨਸਰ ਵੀ ਤੁਹਾਡਾ 80 ਹੈ। 36 ਦਾ ਡਿਫਰੈਂਸ ਹੀ ਇਹ ਆ ਗਿਆ, ਤਾਂ ਦੈਨ ਇਹਦੇ ਵਿੱਚੋਂ ਆਪਾਂ ਮਾਈਨਸ ਕਰੋਗੇ ਪਰ ਸਾਨੂੰ ਐਡ ਕਰਨਾ ਪੈਣਾ ਕਿਉਂਕਿ ਡਿਫਰੈਂਸ ਆ। ਇਹ ਸਾਡਾ 6 ਹੋ ਜਾਊਗਾ, ਆਹ ਕਿੰਨਾ ਹੋ ਜਾਊਗਾ 8 3 11 ਹੋ ਜਾਊਗਾ। ਦੈਨ 116 ਤਾਂ ਇੱਥੇ ਆ ਹੀ ਨਹੀਂ ਸਕਦਾ ਕਿਉਂਕਿ ਆਪਸ਼ਨ ਦੇ ਵਿੱਚ ਹੀ ਹੈ ਨਹੀਂ। ਸੋ ਇਹ ਸਾਡਾ ਪੈਟਰਨ ਜਿਹੜਾ ਨਹੀਂ ਲੱਗੂਗਾ।
ਇਹ ਕਿਤੇ ਨਾ ਕਿਤੇ ਹੋਰ ਤਰੀਕੇ ਨਾਲ ਲੱਗੂਗਾ, ਜਿਹੜਾ ਮੈਂ ਫਾਈਨਲ ਦੇ ਵਿੱਚ ਤੁਹਾਨੂੰ ਜਾ ਕੇ ਦੱਸੂਗਾ ਕਿ ਫਾਈਨਲ ਦੇ ਵਿੱਚ ਜਿਹੜਾ ਆਪਾਂ ਲੌਜਿਕ ਅਗਰ ਇਹ ਲਗਾ ਸਕਦੇ ਸੀਗੇ, ਪਰ ਫਿਲਹਾਲ ਸਾਡੇ ਦਿਮਾਗ ਦੇ ਵਿੱਚ ਅਗਰ ਇਹ ਆਉਂਦਾ ਪਿਆ ਸੀ ਤੁਹਾਨੂੰ ਆਹ 10 ਤੇ 24 ਦੇਖ ਕੇ, ਸੋ ਇਹਨੂੰ ਸਾਡਾ ਆਪਾਂ ਕਰ ਸਕਦੇ ਹਾਂ, ਕਿਉਂਕਿ ਇਹ ਵੀ ਤੁਹਾਡੇ ਦਿਮਾਗ ਦੇ ਵਿੱਚ ਆ ਸਕਦਾ ਕਿ ਭਾਈ 10 ਦਾ ਸਕੁਅਰ ਪਲੱਸ 2 ਆ, ਇਹ 10 ਦਾ ਸਕੁਅਰ ਪਲੱਸ 2 ਆ, ਇਹ ਆ ਸਕਦਾ ਦਿਮਾਗ ਦੇ ਵਿੱਚ। ਥੋੜਾ ਜਿਹਾ ਟਾਈਮ ਜ਼ਰੂਰ ਲਊਂਗਾ ਤੁਹਾਡਾ ਇਸ ਕੁਐਸਚਨ ਦੇ ਉੱਤੇ। ਤੁਹਾਡਾ ਕੀ ਆ ਸਕਦਾ ਕਿ 11 ਦਾ ਕਿਊਬ 11 ਦਾ ਸਕੁਅਰ ਮਾਈਨਸ ਕਿੰਨਾ ਇਹ 9, ਪਰ ਤੁਸੀਂ ਦੇਖ ਲਓ ਕਿ ਇੱਥੇ ਅਗਰ ਸਕੁਅਰ ਕਰਦੇ ਪਏ ਆ ਫਿਰ ਇੱਥੇ ਕਿਊਬ ਦੇ ਪਿੱਛੇ ਆਪਾਂ ਕਿਉਂ ਪਏ ਆ, ਦੈਨ ਇਹ ਵੀ ਕਿਸੇ ਦੇ ਕਿਊਬ ਦੇ ਲਾਗੇ ਹੋਣਾ ਚਾਹੀਦਾ। ਤੁਹਾਡੇ ਦਿਮਾਗ ਦੇ ਵਿੱਚ ਇਹ ਆ ਸਕਦਾ, ਮੈਂ ਸਾਰੀਆਂ ਅਪਰੋਚੇਬਲ ਤੁਹਾਨੂੰ ਮਾਈਂਡ ਤੁਹਾਡੇ ਦੱਸ ਦਿੰਦਾ ਕਿ ਕੀ ਹੋ ਸਕਦਾ ਸਾਡਾ। ਆ ਆਪਾਂ ਗੱਲ ਕਰਾਂਗੇ ਕਿ 3 ਦਾ ਸਕੁਅਰ ਪਲੱਸ 1 ਹੋ ਜਾਊਗਾ, ਦੈਨ ਉਸ ਤੋਂ ਬਾਅਦ ਤੁਸੀਂ ਕਰੋਗੇ ਕਿ ਆਹ ਸਾਡਾ ਹੋ ਜਾਊਗਾ 5 ਦਾ ਸਕੁਅਰ ਮਾਈਨਸ 1 ਹੋ ਜਾਊਗਾ। ਹੁਣ ਤੁਸੀਂ ਅਗਰ ਰਿਸਕ ਲੈਣ ਦੀ ਗੱਲ ਕਰੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਕੈਲਕੂਲੇਟਿਵ ਰਿਸਕ ਬਣ ਸਕਦਾ। ਕਿਹੜਾ ਕੈਲਕੂਲੇਟਿਵ ਰਿਸਕ ਜਿਹੜਾ ਤੁਹਾਡਾ ਬਣ ਸਕਦਾ ਕਿ ਆਹ ਤੁਹਾਡਾ 3 ਦਾ ਸਕੁਅਰ ਪਲੱਸ 1, ਇਹਨੂੰ ਤੁਸੀਂ ਮੰਨ ਲਿਆ ਆ 5 ਦਾ ਸਕੁਅਰ ਮਾਈਨਸ 1, ਕਿਉਂਕਿ ਇੱਥੇ 11 ਦੇਖ ਕੇ ਤੁਹਾਨੂੰ ਜਿਹੜੀ ਫੀਲਿੰਗ ਆਉਂਦੀ ਪਈ ਆ, ਪਰ ਤੁਸੀਂ ਆਹ ਦੇਖ ਲਓ ਆਹ 1 1 ਆ ਤਾਂ ਦੈਨ ਇੱਥੇ 9 ਕੀ ਕਰਦਾ ਪਿਆ ਭਾਈ, ਜਾਂ ਤਾਂ ਇੱਥੇ ਵੀ ਸਾਡਾ ਹੁੰਦਾ 1 3 5 7 9 ਤੱਕ ਆਪਾਂ ਤਾਂ ਵੀ ਪਹੁੰਚਦੇ। ਸੋ ਇਹ ਵੀ ਸਾਡਾ ਪੋਸੀਬਲ ਜਿਹੜਾ ਉਹ ਨਹੀਂ ਹੁੰਦਾ ਪਿਆ। ਸੋ ਇਸ ਕਰਕੇ ਇਹਨੂੰ ਤੁਸੀਂ ਅਪਰੋਚੇਬਲ ਮੰਨ ਸਕਦੇ ਆ, ਪਰ ਅਗਰ ਤੁਸੀਂ ਇੱਥੇ ਸਕੁਅਰ ਦੇਖ ਲਓਗੇ ਤਾਂ ਪਰ ਫਿਰ ਇੱਥੇ ਜਿਹੜਾ ਈਵਨ ਨੰਬਰ ਕੀ ਕਰਦਾ ਪਿਆ। ਸੋ ਕਿਤੇ ਨਾ ਕਿਤੇ ਇਹਦੇ ਵਿੱਚ ਪੂਰਾ ਜਿਹੜਾ ਝੋਲ ਸਾਡਾ ਹੈਗਾ ਕਿ ਅਗਰ ਸਕੁਅਰ ਐਂਡ ਕਿਊਬ ਦੇ ਡਿਫਰੈਂਸ ਦੇ ਨਾਲ ਵੀ ਆਪਾਂ ਗੱਲ ਕਰ ਸਕਦੇ ਹਾਂ। ਸੋ ਫਿਰ ਸਾਨੂੰ ਕੀ ਕਰਨਾ ਪਊਗਾ ਭਾਈ, ਅਗਰ ਸਾਡੀਆਂ ਇੰਨੀਆਂ ਅਪਰੋਚਾਂ ਜਿਹੜੀਆਂ ਕੰਮ ਨਹੀਂ ਕਰਦੀਆਂ। ਸੋ ਹੁਣ ਸਾਡੇ ਕੋਲ ਇੱਕ ਹੁਸਨ ਦਾ ਹਥਿਆਰ ਜਿਹਦੀ ਆਪਾਂ ਗੱਲ ਕਰਦੇ ਹਾਂ, ਦਲਜੀਤ ਜੀ ਕਹਿੰਦੇ ਹੁੰਦੇ ਆ ਬਾਏ ਆਪਸ਼ਨ। ਸੋ ਬਾਏ ਆਪਸ਼ਨ ਆਪਾਂ ਟਰਾਈ ਕਰਾਂਗੇ, ਜਿਹੜਾ ਸਾਡਾ ਫਿੱਟ ਬੈਠੂਗਾ ਉਹ ਸਾਡਾ ਆਨਸਰ ਹੋਊਗਾ। ਦੈਨ ਫਾਈਨਲ ਦੇ ਵਿੱਚ ਤੁਹਾਨੂੰ ਇਹਦਾ ਮੈਂ ਜਿਹੜਾ ਰਾਮਬਾਣ ਜਿਹੜਾ ਇਲਾਜ ਦੇ ਕੇ ਜਾਊਂਗਾ, ਜਿਹੜੀ ਮੈਂ ਜ਼ੀਰੋ ਦੀ ਫਾਰਮੇਸ਼ਨ ਦੀ ਗੱਲ ਕਰ ਦਿੰਦੀ। ਸੋ ਟਾਈਮ ਜ਼ਰੂਰ ਲਊਂਗਾ ਤੁਹਾਡਾ ਇਸ ਕੁਐਸਚਨ ਦੇ ਉੱਤੇ, ਤਾਂ ਕਿਉਂਕਿ ਇੰਪੋਰਟੈਂਟ ਕੁਐਸਚਨ ਆਪਾਂ ਹੁਣ ਦੇਖਾਂਗੇ। ਸੋ ਅਗਰ ਮੈਂ 67 ਪੁੱਟ ਕਰਦਾ, ਕਿਉਂਕਿ ਆਨਸਰ ਤਾਂ ਇਹੀ ਆਊਗਾ ਭਾਈ। ਅਗਰ ਮੈਂ 67 ਇੱਥੇ ਪੁੱਟ ਕਰ ਦਿੱਤਾ, ਸਪੋਜ਼ ਮੈਂ 67 ਪੁੱਟ ਕਰ ਦਿੱਤਾ ਇਸ ਦੀ ਜਗ੍ਹਾ, ਤਾਂ ਦੈਨ ਕੀ ਹੋ ਜਾਊਗਾ ਸਾਡਾ, ਦੈਨ 36 ਦੇ ਵਿੱਚੋਂ ਤੁਸੀਂ ਘਟਾ ਲਓ ਕਿ ਦੈਨ ਇੱਥੇ ਸਾਨੂੰ ਪਤਾ ਕਿ 6 ਤੇ 1 7, ਦੈਨ 3 ਤੇ 3 6, 31 ਦਾ ਡਿਫਰੈਂਸ ਆ ਜਾਊਗਾ। ਦੈਨ ਨੈਕਸਟ ਡਿਫਰੈਂਸ ਸਾਡਾ ਕਿੰਨਾ ਹੋ ਜਾਊਗਾ, 150 ਦੇ ਵਿੱਚੋਂ ਆਪਾਂ 67 ਅਗਰ ਘਟਾ ਕੇ ਦੇਖੀਏ ਤਾਂ ਆਹ ਸਾਡਾ 3 ਹੋ ਜਾਊਗਾ, 3 ਹੋ ਜਾਊਗਾ ਤਾਂ ਆਹ ਕਿੰਨਾ ਬਚੂਗਾ ਸਾਡੇ ਕੋਲ 14 ਦੇ ਵਿੱਚੋਂ ਕੱਢਾਂਗੇ ਆਪਾਂ 83, ਦੈਨ ਆਹ ਸਾਡਾ 83 ਹੋ ਜਾਊਗਾ। ਸੋ ਆਹ ਸਾਡੇ ਕੋਲ ਪੂਰੀ ਕਹਾਣੀ ਬਚੀ ਆ ਅਗਰ ਸਾਡਾ 67 ਆਪਸ਼ਨ ਦੇ ਵਿੱਚ ਹੋਇਆ। ਸੋ ਆਪਾਂ ਟ੍ਰਿਪਲ ਡਿਫਰੈਂਸ ਲੈ ਕੇ ਚੱਲਦੇ ਹਾਂ, ਕਿਉਂਕਿ ਹੁਣ ਸਾਨੂੰ ਇਹਦੇ ਨੰਬਰ ਦਾ ਨਹੀਂ ਪਤਾ। ਇੱਥੋਂ ਇੱਥੇ ਤੱਕ ਦਾ ਕਿੰਨੇ ਦਾ ਡਿਫਰੈਂਸ, 14 ਦਾ ਡਿਫਰੈਂਸ, ਇੱਥੋਂ ਇੱਥੇ ਤੱਕ ਦਾ ਡਿਫਰੈਂਸ 7 ਦਾ ਡਿਫਰੈਂਸ। ਮੰਨ ਲਿਆ ਕਿ ਅੱਧਾ ਹੋ ਕੇ ਚੱਲ ਸਕਦਾ, ਅੱਧਾ ਹੋ ਕੇ ਚੱਲ ਸਕਦਾ ਜਾਂ ਅਲਟਰਨੇਟ ਚੱਲ ਸਕਦਾ। ਕਲੀਅਰ ਆ ਚੀਜ਼। ਦੈਨ 83 ਤੋਂ ਬਾਅਦ 31 ਦੀ ਗੱਲ ਕਰਾਂਗੇ ਆਪਾਂ, 2 ਆ ਜਾਊਗਾ, ਆਹ ਸਾਡਾ 52 ਆ ਜਾਊਗਾ। ਹੁਣ ਤੁਸੀਂ ਦੇਖੋ ਕਿ ਭਾਈ 7 ਤੇ 52 ਦਾ ਕਿੱਥੇ ਜਾ ਕੇ ਮੇਲ ਹੁੰਦਾ ਪਿਆ, ਕਿਤੇ 14 7 52 ਦੀ ਕਹਾਣੀ ਜਿਹੜੀ ਬਣਦੀ ਪਈ ਆ। ਨਹੀਂ, ਅਗਰ ਇਹਨੂੰ ਆਪਾਂ ਡਿਵੀਜ਼ਨ ਮੰਨ ਸਕਦੇ ਸੀ ਕਿ ਇਹਦਾ ਡਿਵੀਜ਼ਨ 2 ਆ, ਜਾਂ 2 ਗੁਣਾ ਹੋ ਜਾਂਦਾ ਜਾਂ 4 ਗੁਣਾ ਹੋ ਜਾਂਦਾ, ਨਾ ਤਾਂ ਇਹਦਾ 49 ਪਰ ਸਕੁਅਰ ਦੇ ਲਾਗੇ ਹੈਗਾ। ਇੰਨਾ ਕੰਪਲੀਕੇਟਡ ਤੁਹਾਡਾ ਨਹੀਂ ਹੋ ਜਾਊਗਾ, ਕਿਉਂਕਿ ਆਪਾਂ ਸਿੱਧੇ ਤਰੀਕੇ ਨਾਲ ਪਹਿਲਾਂ ਦੇਖਦੇ ਪਏ ਹਾਂ। 52 ਹੋ ਜਾਊਗਾ। ਦੈਨ ਉਸ ਤੋਂ ਬਾਅਦ ਇੱਥੋਂ ਇੱਥੇ ਤੱਕ ਦਾ ਡਿਫਰੈਂਸ ਕਿੰਨਾ ਹੋ ਜਾਊਗਾ, ਫਿਰ ਉਹ ਤਾਂ ਸਾਨੂੰ ਜਿਹੜਾ ਡਿਫਰੈਂਸ ਪਤਾ ਹੀ ਹੈ, ਕਿਉਂਕਿ ਉਹ ਸਾਨੂੰ ਪਤਾ ਹੈ ਜਿਹੜਾ ਕਿ 102 ਦਾ ਡਿਫਰੈਂਸ ਜਿਹੜਾ 150 ਤੋਂ ਉਹਦੇ 'ਤੇ ਹੈਗਾ। ਸੋ ਇਹ ਜਿਹੜੀ ਕੋਈ ਤੁੱਕ ਬਣਦੀ ਨਹੀਂ ਪਈ। ਸੋ ਇਸ ਕਰਕੇ 67 ਆਪਾਂ ਨਹੀਂ ਲਵਾਂਗੇ, ਕਿਉਂਕਿ 67 ਦੇ ਨਾਲ ਜਿਹੜਾ ਸਾਡਾ ਆਨਸਰ ਉਹ ਕਿਤੇ ਨਾ ਕਿਤੇ ਨਹੀਂ ਬਣਦਾ ਪਿਆ। ਸੋ ਆਹ ਸਾਡਾ 102 ਆ। ਹੁਣ ਆਪਾਂ 45 ਦੀ ਗੱਲ ਕਰਾਂਗੇ। 45 ਦੀ ਆਪਾਂ ਗੱਲ ਕਰਾਂਗੇ, ਅਗਰ 45 ਮੈਂ ਲੈ ਲਿਆ, ਆਹ 10 ਐਜ਼ ਇਟ ਇਜ਼ ਰਹਿ ਜਾਊਗਾ, 24 ਐਜ਼ ਇਟ ਇਜ਼ ਰਹਿ ਜਾਊਗਾ। ਦੈਨ ਇੱਥੇ ਕੀ ਹੋ ਜਾਊਗਾ, 9 ਹੋ ਜਾਊਗਾ। ਮੈਂ ਮੰਨ ਲਿਆ ਕਿ ਦੇਖੋ 10 ਦਿਖਦਾ ਪਿਆ, ਮੈਨੂੰ 9 ਦਿਖਦਾ ਪਿਆ, ਕਿ ਅਲਟਰਨੇਟ ਦੇ ਉੱਤੇ -1 ਹੋ ਸਕਦਾ, ਮੰਨ ਕੇ ਚੱਲਦੇ ਨਾ ਪੋਸੀਬਿਲਿਟੀ ਹੈ। ਦੈਨ ਉਸ ਤੋਂ ਬਾਅਦ ਇਹ ਕੀ ਹੋ ਜਾਊਗਾ ਤੁਹਾਡਾ, ਦੇਖੋ 45 ਤੋਂ ਇੱਥੇ ਤੱਕ ਦਾ ਡਿਫਰੈਂਸ ਕਿੰਨਾ ਹੋ ਜਾਊਗਾ, 105 ਦਾ ਡਿਫਰੈਂਸ ਹੋ ਜਾਊਗਾ। ਦੇਖੋ ਆਪਾਂ ਤਾਂ ਕਿਹੜਾ ਪਰ 24 ਤੇ 105 ਦਾ ਜਿਹੜਾ ਕੋਈ ਤੋੜ ਨਹੀਂ ਮਿਲਦਾ। ਦੈਨ ਇੱਥੋਂ ਇੱਥੇ ਤੱਕ ਕਿੰਨਾ ਹੋ ਜਾਊਗਾ, -3 ਹੋ ਜਾਊਗਾ। -3 ਹੋ ਜਾਊਗਾ ਤਾਂ ਆਹ ਹੋ ਜਾਊਗਾ ਸਾਡਾ ਪਲੱਸ ਦਾ 14 ਹੋ ਜਾਊਗਾ। ਦੈਨ ਆਹ ਕਿੰਨਾ ਹੋ ਜਾਊਗਾ, ਇਹ ਵੀ ਸਾਡੀ ਜਿਹੜੀ ਕੋਈ ਤੁੱਕ ਨਹੀਂ ਬਣਦੀ ਪਈ। ਆਪਾਂ ਕਵਾਂਗੇ ਨਾ ਕਿੰਨੇ ਤੇ 9 24 13 ਤੇ 9 12 21 14 ਤੇ 9 23 15 ਤੇ 9 24। ਇੱਥੋਂ ਅਗਰ ਆਪਾਂ ਮੰਨ ਵੀ ਲਿਆ ਕਿ ਆਹ 15 ਦਾ ਜਿਹੜਾ ਮਾਈਨਸ ਦਾ ਡਿਫਰੈਂਸ ਆ ਗਿਆ, ਦੈਨ 14 15 ਫਿਰ ਮਾਈਨਸ ਦਾ 16 ਹੋਣਾ ਚਾਹੀਦਾ, ਪਲੱਸ ਦਾ 16 ਹੋਣਾ ਚਾਹੀਦਾ ਸੀ। ਪਲੱਸ ਦਾ 16 ਹੁੰਦਾ ਤਾਂ ਦੇਖੋ 9 ਤੇ 105 ਦਾ ਡਿਫਰੈਂਸ ਸੀ ਜਿਹੜਾ ਬਹੁਤ ਵੱਡਾ ਆ। ਸੋ ਇਸ ਕਰਕੇ 45 ਵੀ ਸਾਡਾ ਜਿਹੜਾ ਆਨਸਰ ਉਹ ਨਹੀਂ ਹੋ ਜਾਊਗਾ। ਧਿਆਨ ਦੇ ਨਾਲ ਸਮਝਦੇ ਰਹੋ। 80 ਦਾ ਸਾਡਾ ਜਿਹੜਾ ਆਨਸਰ ਹੈਗਾ ਹੀ ਹੈਗਾ। ਸੋ ਆਪਾਂ 98 ਨੂੰ ਪੁੱਟ ਕਰਾ ਕੇ ਦੇਖਦੇ ਹਾਂ ਕਿ 98 ਪੁੱਟ ਕਰਨ ਦੇ ਨਾਲ ਕੋਈ ਸਾਨੂੰ ਹੱਲ ਮਿਲਦਾ ਪਿਆ ਕਿ 98 ਨੂੰ ਆਪਾਂ 36 ਦੇ
ਵਿੱਚੋਂ ਮਾਈਨਸ ਕਰਾਂਗੇ ਤਾਂ ਦੈਨ ਆ 2 ਆ ਜਾਊਗਾ, ਆਹ ਆ ਜਾਊਗਾ 62। ਅਗਰ ਇਹਨਾਂ ਦਾ ਦੋਨਾਂ ਦਾ ਡਿਫਰੈਂਸ 62 ਹੋ ਗਿਆ, 62 ਹੋ ਗਿਆ, ਦੈਨ ਉਸ ਤੋਂ ਬਾਅਦ ਦਾ ਸਾਡਾ ਡਿਫਰੈਂਸ ਕਿੰਨਾ ਹੋ ਜਾਊਗਾ, ਇਹਨੂੰ 2 ਦੇ ਦਿਓ, ਇਹ 100 ਹੋ ਜਾਊਗਾ, 100 ਜੋੜ ਦਿਓ ਤਾਂ ਦੈਨ ਇਹ 52 ਹੋ ਜਾਊਗਾ। ਭਾਈ ਅਗਰ ਡਿਫਰੈਂਸ ਹੀ ਸਾਡਾ ਇਨਕਰੀਜ਼ ਕਰਦਾ ਪਿਆ ਦੈਨ ਇੱਥੇ ਡਿਕਰੀਜ਼ ਆਰਡਰ ਦੇ ਵਿੱਚ ਕਿੱਦਾਂ ਆ ਜਾਊਗਾ, ਕਿਉਂਕਿ ਇਸ ਤੋਂ ਬਾਅਦ ਫਿਰ ਵਧੂਗਾ। ਸੋ ਇਸ ਕਰਕੇ ਸਾਡਾ 98 ਵੀ ਜਿਹੜਾ ਆਪਸ਼ਨ ਸਹੀ ਨਹੀਂ ਹੋ ਜਾਊਗਾ। ਸੋ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਜਿਹੜਾ 80 ਉਹ ਕਰੈਕਟ ਆਨਸਰ ਹੋ ਜਾਊਗਾ। ਬਹੁਤ ਹੀ ਇੰਪੋਰਟੈਂਟ ਤੁਹਾਡਾ ਕੁਐਸਚਨ ਆ, ਤੁਸੀਂ ਸਮਝਿਓ ਧਿਆਨ ਦੇ ਨਾਲ ਕਿਵੇਂ ਹੋ ਜਾਊਗਾ। ਅਗਰ 36 ਆ ਗਿਆ ਤਾਂ ਆਹ ਤੁਹਾਡਾ 44 ਹੋ ਗਿਆ, ਕਲੀਅਰ ਆ। ਦੈਨ ਉਸ ਤੋਂ ਬਾਅਦ ਕਿੰਨਾ ਆ ਜਾਊਗਾ, 150 ਦੀ ਗੱਲ ਕਰੀਏ ਆਪਾਂ, ਦੇਖੋ 70 ਹੋਰ ਚਾਹੀਦਾ, ਇਹਨੂੰ 70 ਦੇ ਦਿੱਤਾ ਹੋਰ, ਤਾਂ ਦੈਨ ਉਸ ਤੋਂ ਬਾਅਦ ਆਹ 102 ਤਾਂ ਜਿਹੜਾ ਹੈਗਾ ਹੀ ਆ। ਕੀ ਹੁਣ ਡਬਲ ਡਿਫਰੈਂਸ ਲੈਣ ਦੀ ਕੋਸ਼ਿਸ਼ ਕਰੀਏ, ਕੀ ਹੁਣ ਫਾਇਦਾ ਕੋਈ ਮਿਲ ਸਕਦਾ। ਅਗਰ ਇੱਥੋਂ ਦੇਖਿਓ ਆਪਾਂ 14 ਦੀ ਗੱਲ ਆ ਜਾਊਗੀ, ਇੱਥੋਂ ਇੱਥੇ ਤੱਕ ਕਿੰਨੇ ਦਾ ਡਿਫਰੈਂਸ, 20 ਦਾ ਡਿਫਰੈਂਸ, 20 ਦਾ ਡਿਫਰੈਂਸ ਆ ਜਾਊਗਾ। ਦੈਨ ਉਸ ਤੋਂ ਬਾਅਦ ਕਿੰਨੇ ਦਾ ਡਿਫਰੈਂਸ ਆ ਸਾਡਾ, 26 ਦਾ ਡਿਸਟੈਂਸ। ਉਮੀਦ ਦਿਖ ਗਈ। ਇੱਥੋਂ ਇੱਥੇ ਤੱਕ ਦਾ ਟ੍ਰਿਪਲ ਡਿਫਰੈਂਸ, 6 ਦਾ ਡਿਫਰੈਂਸ। ਇੱਥੋਂ ਇੱਥੇ ਤੱਕ ਦਾ ਡਿਫਰੈਂਸ 6 ਦਾ ਡਿਫਰੈਂਸ। ਇੱਥੋਂ ਇੱਥੇ ਤੱਕ 6 ਦਾ ਡਿਫਰੈਂਸ ਕਿੰਨਾ ਆਉਣਾ ਚਾਹੀਦਾ, 32। 70 ਤੇ 30 ਕਿੰਨਾ ਹੁੰਦਾ, 100 ਤੇ ਪਲੱਸ 2 102, 32 ਦਾ ਡਿਫਰੈਂਸ ਆ ਗਿਆ। ਸੋ 80 ਇਸ ਕੁਐਸਚਨ ਦਾ ਜਿਹੜਾ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਜਿਹੜਾ ਆਨਸਰ ਹੋ ਜਾਊਗਾ। ਬਾਏ ਆਪਸ਼ਨ ਪੁਟਿੰਗ ਇਹਦਾ ਮੈਥਡ ਲੱਗ ਸਕਦਾ ਸੀ, ਬਾਕੀ ਸਾਰੇ ਮੈਕਸਿਮਮ ਤੁਹਾਡੇ ਡਾਇਰੈਕਟ ਮਾਈਂਡ ਦੇ ਵਿੱਚ ਜਿਹੜੇ ਨਜ਼ਰੀਏ ਆਉਂਦੇ ਸੀ ਉਹਨਾਂ ਨੂੰ ਮੈਂ ਦੱਸ ਦਿੱਤਾ। ਬਾਕੀ ਇਹਦਾ ਹੁਸਨ ਦਾ ਹਥਿਆਰ ਦੀ ਮੈਂ ਗੱਲ ਕੀਤੀ ਹੈ, ਤੁਹਾਨੂੰ ਮੈਂ ਜ਼ੀਰੋ ਦੀ ਫਾਰਮੇਸ਼ਨ ਦੀ ਗੱਲ ਕਰਦਾ ਹੁੰਦਾ, ਜ਼ੀਰੋ ਦੀ ਫਾਰਮੇਸ਼ਨ ਦੀ ਗੱਲ ਕਰਦਾ ਹੁੰਦਾ ਕਿ ਜ਼ੀਰੋ ਦੀ ਫਾਰਮੇਸ਼ਨ ਆਪਾਂ 1 ਦਾ ਸਕੁਅਰ ਮਾਈਨਸ 1 ਦੀ ਗੱਲ ਕਰਦੇ ਹਾਂ, 1 ਦਾ ਕਿਊਬ ਮਾਈਨਸ 1 ਦੀ ਗੱਲ ਕਰਦੇ ਹਾਂ, 1 ਦਾ ਕਿਊਬ ਪਲੱਸ 1 ਦੀ ਗੱਲ ਕਰਦੇ ਹਾਂ, ਦੈਨ ਇੱਥੋਂ ਆਪਾਂ -1 ਦੀ ਗੱਲ ਕਰਦੇ ਹਾਂ, ਇਹ ਹੋ ਜਾਊਗਾ ਸਾਡਾ ਜ਼ੀਰੋ ਦੀ ਫਾਰਮੇਸ਼ਨ। ਦੈਨ ਸਿਮਿਲਰਲੀ ਇਸ ਤੋਂ ਆਪਾਂ 2 ਦੀ ਵੀ ਫਾਰਮੇਸ਼ਨ ਜਿਹੜੀ ਬਣਾ ਸਕਦੇ ਹਾਂ। ਸੋ ਜਿਹੜਾ ਸਾਡਾ 2 ਕਿਵੇਂ ਬਣੂਗਾ ਕਿ 1 ਦਾ ਕਿਊਬ ਪਲੱਸ 1 ਵੀ ਸਾਡਾ 2 ਹੁੰਦਾ, 1 ਦਾ ਸਕੁਅਰ ਪਲੱਸ 1 ਵੀ ਸਾਡਾ 2 ਹੁੰਦਾ। ਇੱਕ ਆਪਾਂ ਹੋਰ ਕੀ ਕੀਤਾ ਪਿਆ, 1 ਦਾ ਸਕੁਅਰ ਤਾਂ ਕਰ ਲਿਆ, ਦੈਨ ਉਸ ਤੋਂ ਬਾਅਦ ਹਾਂ 1 ਦਾ ਸਕੁਅਰ, 1 ਦਾ ਕਿਊਬ ਪਲੱਸ 1 ਵੀ ਸਾਡਾ ਜਿਹੜਾ 2 ਹੁੰਦਾ, ਇੱਥੇ ਵੀ ਜਿਹੜਾ 2 ਹੋ ਜਾਊਗਾ। ਸੋ 2 ਦੀ ਫਾਰਮੇਸ਼ਨ ਵੀ ਤੁਸੀਂ ਯਾਦ ਰੱਖਣੀ ਆ। ਸੋ ਉਸ ਤੋਂ ਬਾਅਦ ਤੁਹਾਨੂੰ ਇਹਦਾ ਜਿਹੜਾ ਰਾਮਬਾਣ ਤਰੀਕਾ ਕਿਹੜਾ ਮੈਂ ਕਿਹਾ ਸੀਗਾ ਕਿ ਇਹਦੇ ਤੇ ਜਿਹੜਾ ਹੋ ਜਾਊਗਾ ਇਹਦਾ ਇਲਾਜ ਕੀ ਸੀਗਾ, ਉਹ 2 ਦੀ ਗੱਲ ਕੀਤੀ ਆ। ਦੈਨ 2 ਤੋਂ ਬਾਅਦ ਤੁਹਾਨੂੰ ਫਿਰ ਆ ਵੀ ਪਤਾ ਲੱਗਣਾ ਚਾਹੀਦਾ ਕਿ ਇਹ ਕੀ ਆ, ਇਹ ਸਾਡਾ 2 ਦਾ ਕਿਊਬ ਪਲੱਸ 2 ਦਾ ਸਕੁਅਰ ਕਿੰਨਾ ਹੋ ਜਾਊਗਾ, ਇਹ 12 ਹੋ ਜਾਊਗਾ। ਆਹ 1 ਦਾ ਕਿਊਬ ਪਲੱਸ 1 ਕਿੰਨਾ ਹੋ ਜਾਊਗਾ ਸਾਡਾ, 1 ਦਾ ਕਿਊਬ ਪਲੱਸ 1 ਦਾ ਸਕੁਅਰ 2 ਹੋ ਜਾਊਗਾ। ਦੈਨ 36 ਤੁਹਾਨੂੰ ਪਤਾ ਹੈ ਕਿ 27 ਤੇ 9 36 ਹੋ ਜਾਊਗਾ। 3 ਦਾ ਕਿਊਬ ਪਲੱਸ 3 ਦਾ ਸਕੁਅਰ ਕਿੰਨਾ ਹੋ ਜਾਊਗਾ ਸਾਡੇ ਕੋਲ, 36 ਹੋ ਜਾਊਗਾ। ਦੈਨ ਨੈਕਸਟ ਤੁਹਾਨੂੰ ਪਤਾ ਹੀ ਹੈ ਕਿ 4 ਦਾ ਕਿਊਬ ਪਲੱਸ 4 ਦਾ ਸਕੁਅਰ ਕਿੰਨਾ ਹੋ ਜਾਊਗਾ, 64 ਤੇ 16 ਕਿੰਨਾ ਹੋ ਜਾਊਗਾ ਸਾਡੇ ਕੋਲ 80। ਅਗਰ ਤੁਸੀਂ ਇਸ ਨੂੰ ਦੂਸਰੇ ਤਰੀਕੇ ਨਾਲ ਦੇਖਦੇ, 5 ਦਾ ਕਿਊਬ ਪਲੱਸ 5 ਦਾ ਸਕੁਅਰ ਕਿੰਨਾ ਹੋ ਜਾਊਗਾ, 125 ਪਲੱਸ 25 150 ਰੁਪਈਆ, 150 ਦੀ ਗੱਲ ਕਰਦੇ ਹਾਂ। ਦੈਨ ਉਸ ਤੋਂ ਬਾਅਦ 6 ਦਾ ਕਿਊਬ ਪਲੱਸ 6 ਦਾ ਸਕੁਅਰ ਕਿੰਨਾ ਆ ਜਾਊਗਾ, 216 ਪਲੱਸ 36 36 ਤੇ 16 52 200 ਐਜ਼ ਇਟ ਇਜ਼। ਸੋ ਇਹ ਸਾਡਾ ਅਗਰ ਸਾਨੂੰ ਆਹ ਚੀਜ਼ ਪਤਾ ਹੁੰਦੀ ਤਾਂ ਆਪਾਂ ਲਗਾ ਸਕਦੇ ਸੀਗੇ। ਹੋਪ ਸੋ ਤੁਹਾਨੂੰ ਇਹ ਕੁਐਸਚਨ ਜਿਹੜਾ ਕਲੀਅਰ ਹੋ ਗਿਆ ਹੋਣਾ। ਮੋਡਰੇਟ ਲੈਵਲ ਦਾ ਕੁਐਸਚਨ ਸੀਗਾ, ਅਗਰ ਪੇਪਰ ਦੇ ਵਿੱਚ ਆਉਂਦਾ ਤਾਂ ਤੁਸੀਂ ਫਸਟ ਅਟੈਂਪਟ ਦੇ ਵਿੱਚ ਛੱਡ ਸਕਦੇ ਸੀ, ਕਿਉਂਕਿ ਤੁਹਾਨੂੰ ਸੈਂਟਰ ਦੇ ਵਿੱਚ ਹੋਣ ਦੇ ਨਾਲ ਦਿੱਕਤ ਆਉਂਦੀ ਸੀਗੀ। ਬਾਏ ਆਪਸ਼ਨ ਪੁਟਿੰਗ ਇਹਦਾ ਸਭ ਤੋਂ ਬੈਸਟ ਮੈਥਡ। ਅਗਰ ਆਹ ਚੀਜ਼ ਪਤਾ ਹੈ ਤਾਂ ਇਹਦੇ ਨਾਲ ਤਾਂ ਤੁਸੀਂ ਕੁਐਸਚਨ ਨੂੰ ਬਹੁਤ ਆਪਣੇ ਆਪ ਦੇ ਲਈ ਜਿਹੜਾ ਉਹ ਸੌਖਾ ਕਰ ਹੀ ਲੈਂਦੇ। ਠੀਕ ਹੈ ਜੀ, ਅਗਲਾ ਕੁਐਸਚਨ ਤੁਸੀਂ ਸੋਲਵ ਕਰੋ। ਤਦ ਤੱਕ ਆਪਾਂ ਘੁੱਟ ਪਿਆਲਾ ਪੀ ਲੈਂਦੇ ਪਾਣੀ ਦਾ। ਕੋਡਿੰਗ ਡੀਕੋਡਿੰਗ ਦਾ ਕੁਐਸਚਨ ਆ ਤੁਹਾਡਾ, ਵਧੀਆ ਕੁਐਸਚਨ ਆ ਤੁਹਾਡਾ ਇਹ ਵੀ। ਹਾਂਜੀ, ਹੋਪ ਸੋ ਤੁਸੀਂ ਕੁਐਸਚਨ ਹੈ ਜਿਹੜਾ ਸੋਲਵ ਕਰ ਲਿਆ। ਹੁਣ ਤੁਸੀਂ ਦੇਖੋ ਕੀ ਲਿਖਿਆ ਹੋਇਆ, MIND ਨੂੰ ਕੀ ਲਿਖਿਆ ਹੋਇਆ, 10 ਲਿਖਿਆ ਹੋਇਆ, 6 ਲਿਖਿਆ ਹੋਇਆ, 11 ਲਿਖਿਆ ਹੋਇਆ, 1 ਲਿਖਿਆ ਹੋਇਆ। ਮੇਰੇ ਲਿਖਣ ਦਾ ਤਰੀਕਾ ਤੁਹਾਨੂੰ ਜਿਹੜਾ ਸਮਝ ਲੱਗ ਗਿਆ ਹੋਊਗਾ ਕਿਵੇਂ ਕੀਤਾ ਹੋਇਆ। ਅਗਰ ਇਹਦੀ ਪਲੇਸ ਵੈਲਿਊ 13 ਹੈ, ਇਹਦੀ ਵੈਲਿਊ 9 ਆ ਨਾ, ਇਹਦੀ ਵੈਲਿਊ 14 ਤਾਂ ਇਹਦੀ ਵੈਲਿਊ 4 ਆ, ਤਾਂ ਕੀ ਕੀਤਾ ਹੋਇਆ 10 6 11 1। ਸੋ ਥੋੜਾ ਜਿਹਾ ਡਿਫਰੈਂਸ਼ੀਏਟ ਕਰਨਾ ਸਿੱਖਿਆ ਕਰੋ ਜ਼ਰੂਰ। ਤਾਂ ਇਹਦਾ ਮਤਲਬ ਕਿ ਇਹਦੀ ਜਿਹੜੀ -3 ਕਰਕੇ ਪਲੇਸ ਵੈਲਿਊ ਲਿਖਤੀ, ਇਹਦੀ ਵੀ -3 ਕਰਕੇ ਜਿਹੜੀ ਨੰਬਰ ਦੇ ਵਿੱਚ ਪਲੇਸ ਵੈਲਿਊ ਲਿਖਤੀ, ਇਹਦੀ -3 ਕਰਕੇ, ਇਹਦੀ ਵੀ -3 ਕਰਕੇ ਜਿਹੜੀ ਪਲੇਸ ਵੈਲਿਊ ਲਿਖ ਦਿੱਤੀ ਹੋਈ ਹੈ। ਤੁਸੀਂ ਰੈਂਪ ਦੀ ਵੀ ਚੈੱਕ ਕਰਾ ਸਕਦੇ ਸੀਗੇ, RAMP ਰੈਂਪ
ਤੁਸੀਂ ਕੀ ਕਰ ਸਕਦੇ ਸੀ ਕਿ 18 ਦੇ ਵਿੱਚੋਂ ਕੱਢਾਂਗੇ ਆਪਾਂ 15 ਆ ਜਾਊਗਾ, 15 ਸਾਡੇ ਕੋਲ ਐਜ਼ ਇਟ ਇਜ਼ ਹੈਗਾ। ਇਹਨੂੰ ਤੁਸੀਂ ਆ ਹੁਣ 24 ਤੇ 24 ਨੂੰ ਲਿਖਣ ਦਾ ਕੀ ਮਤਲਬ ਆ? ਹੁਣ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਕਿ ਅਗਰ 26 ਤੇ ਤੁਹਾਡੀ ਜੈਟ ਖਤਮ ਹੋ ਜਾਂਦੀ ਆ ਦੈਨ ਨਵਾਂ ਕੈਲੰਡਰ ਆਪਾਂ ਸ਼ੁਰੂ ਕਰਦੇ ਹਾਂ ਤਾਂ ਉਹਨੂੰ 13ਵਾਂ ਮਹੀਨਾ ਵੀ ਮੰਨਦੇ ਆ, ਅਗਰ ਇੱਕ ਨੂੰ ਵੀ ਆਪਾਂ 13 ਮੰਨਦੇ ਆ। ਸੋ ਇਹ ਸਿਮਿਲਰਲੀ ਤੁਹਾਡੀ ਚੀਜ਼ ਆ ਕਿ ਇਹਨੂੰ ਆਪਾਂ 27 ਜ਼ਰੂਰ ਜਿਹੜਾ ਮੰਨਾਂਗੇ। ਆ ਤੁਹਾਡੇ ਕੋਲ ਕਲੌਕ ਤੇ ਕੈਲੰਡਰ ਦੀ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੱਤੀ ਆ, ਤਾਂ 13 ਤੁਸੀਂ ਮੰਨਦੇ ਹੁੰਦੇ ਆ। ਫਰਵਰੀ ਮਹੀਨੇ ਨੂੰ ਵੀ, ਜਨਵਰੀ ਮਹੀਨੇ ਨੂੰ ਤੁਸੀਂ 13 ਮੰਨ ਸਕਦੇ ਆ। ਦੈਨ 1 PM ਨੂੰ ਜਾਂ 1 AM ਨੂੰ ਆਪਾਂ 13 ਜਿਹੜਾ 1 PM ਉਹਦੇ ਹਿਸਾਬ ਨਾਲ ਅਕੋਰਡਿੰਗਲੀ ਆਪਾਂ ਮੰਨਦੇ ਆ। ਸੋ ਇਹਦੇ ਵਿੱਚੋਂ ਆਪਾਂ 3 ਕੱਢਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ? 24 ਆ ਜਾਊਗਾ। ਸਮਝ ਲੱਗ ਗਈ ਹੈ ਜੀ? ਸੋ ਇੱਥੇ 24 ਇਸ ਕਰਕੇ ਲਿਖੇ ਹੋਇਆ। ਦੈਨ 13 ਨੂੰ ਪਤਾ ਸਾਨੂੰ 10 ਐਜ਼ ਇਟ ਇਜ਼ ਲਿਖਣਾ, 16 ਨੂੰ ਕੱਢਾਂਗੇ ਆਪਾਂ 13 ਸਾਨੂੰ ਹੋ ਜਾਊਗਾ। ਸੋ ਇਹੀ ਕੋਡ ਜਿਹੜਾ ਉੱਥੇ ਦਿੱਤਾ ਆ। ਸੋ ਮੀਲ ਦਾ ਕੋਡ ਕੀ ਹੋ ਜਾਊਗਾ ਸਾਡੇ ਕੋਲ? ਮੀਲ ਦਾ ਕੋਡ ਪਤਾ ਕਿ ਮੈਨੂੰ ਸਟਾਰਟਿੰਗ ਦੇ ਵਿੱਚ 10 ਆਊਗਾ, ਸਟਾਰਟਿੰਗ ਦੇ ਵਿੱਚ 10 ਆ ਜਾਊਗਾ, 10 ਹੋ ਜਾਊਗਾ। ਦੈਨ ਲਾਸਟ ਦੇ ਵਿੱਚ ਕੀ ਆ ਜਾਊਗਾ? 12 ਦੇ ਵਿੱਚੋਂ ਆਪਾਂ 3 ਕੱਢਾਂਗੇ ਤਾਂ 9 ਆ ਜਾਊਗਾ। ਭਾਈ ਆ ਲਓ ਆਪਸ਼ਨ ਨੰਬਰ C, ਇਹਦੇ ਵਿੱਚੋਂ ਕੱਢਾਂਗੇ ਤਾਂ ਆਪਾਂ 9 ਆ ਜਾਊਗਾ। ਆ ਫੇਰ ਸਾਡੇ ਕੋਲ 24 ਆ ਜਾਊਗਾ। 5 ਦੇ ਵਿੱਚੋਂ 3 ਕੱਢਾਂਗੇ ਤਾਂ ਸਾਡੇ ਕੋਲ 2 ਆ ਜਾਊਗਾ। 102 249 ਸਾਡਾ ਇਸ ਕੁਐਸਚਨ ਦਾ ਸਹੀ ਆਨਸਰ ਜਿਹੜਾ ਉਹ ਹੋ ਜਾਊਗਾ। ਚੱਲਦੇ ਹਾਂ ਆਪਾਂ ਅਗਲਾ ਕੁਐਸਚਨ ਤੁਹਾਡਾ ਐਨਾਲੋਗੀ ਦਾ ਕੁਐਸਚਨ ਆ ਤੁਹਾਡਾ ਕਿ ਸਿਮਿਲਰਲੀ ਜਿਹੜੇ ਆਪਾਂ ਪੈਟਰਨ ਆ ਉਹ ਫੋਲੋ ਕਰਨੇ ਆ। ਕਿਵੇਂ ਫੋਲੋ ਕਰੂਗਾ ਤੁਸੀਂ ਦੇਖ ਲਓ ਕਿ ਇਹ ਸਾਡੀ ਜਿਹੜੀ ਡਾਇਗਰਾਮ ਆ ਇਹਦੇ ਵਿੱਚ ਦੇਖ ਲਓ ਕਿ ਆ ਜਿਹੜਾ ਸਰਕਲ ਸੀਗਾ, ਇਹ ਸਰਕਲ ਨੂੰ ਜਦੋਂ ਐਕਸਟੈਂਡ ਕੀਤਾ, ਆ ਜਿਹੜੀ ਤੁਹਾਡੀ ਟਰਾਈਐਂਗਲ ਇਵੇਂ ਬਣੀ ਹੋਈ ਸੀ, ਸਰਕਲ ਦੇ ਵਿੱਚ ਬਣੀ ਹੋਈ ਸੀ, ਤਾਂ ਆ ਜਿਹੜਾ ਤੁਹਾਡਾ ਸੈਂਟਰ ਵਾਲਾ ਸਰਕਲ ਸੀਗਾ ਉਹਨੂੰ ਉਹਦੇ ਦੋ ਬਣਾ ਦਿੱਤੇ। ਦੈਨ ਜਿਹੜੀ ਤੁਹਾਡੀ ਆਹ 2 ਪੋਰਸ਼ਨ ਸੀਗੇ ਉਹਨੂੰ ਐਜ਼ ਇਟ ਇਜ਼ ਆਪਾਂ ਸਿੰਗਲ ਜਿਹੜੀ ਟਰਾਈਐਂਗਲ ਉਹਨੂੰ ਕੰਸੀਡਰ ਕਰ ਦਿੱਤਾ। ਸੋ ਸਿਮਿਲਰਲੀ ਨੈਕਸਟ ਵੀ ਤੁਹਾਡਾ ਕੀ ਬਣ ਜਾਊਗਾ? ਆ ਤੁਹਾਡੀ ਟਰਾਈਐਂਗਲ ਐਜ਼ ਇਟ ਇਜ਼ ਬਣ ਜਾਊਗੀ। ਤਾਂ ਦੈਨ ਜਿਹੜਾ ਤੁਹਾਡਾ ਸਰਕਲ ਆ ਉਹ ਸਰਕਲ ਐਜ਼ ਇਟ ਇਜ਼ ਜਿਹੜੇ ਆਲੇ ਦੁਆਲੇ ਉਹਦੇ 2 ਗੋਲੇ ਬਣ ਜਾਣਗੇ। ਇੱਥੇ ਤੁਸੀਂ ਦੇਖ ਲਓ ਕਿ ਇੱਕ ਕਾਲਾ ਗੋਲਾ, ਇਹ ਨਹੀਂ ਸਕਦਾ, ਇਹਦੇ ਵਿੱਚ ਕਾਲਾ ਗੋਲਾ ਨਹੀਂ ਹੋ ਸਕਦਾ, ਜਾਂ ਤਾਂ ਇਹ ਹੋਊਗਾ ਜਾਂ ਤਾਂ ਇਹ ਹੋਊਗਾ। ਪਰ ਇੱਕ ਚੀਜ਼ ਧਿਆਨ ਦੇ ਨਾਲ ਤੁਹਾਡੀ ਅਗਰ ਆਬਜ਼ਰਵ ਕਰਨੇ ਵਾਲੀ ਹੈ ਤਾਂ ਆ ਜਿਹੜੀ ਚੀਜ਼ ਆ ਉਹ ਤੁਹਾਡੀ ਕਿਹੜੀ ਆ? ਇਹ ਤੁਹਾਡੀ ਇਦਾਂ ਡਾਇਮੰਡ ਦੀ ਸ਼ੇਪ ਦੇ ਵਿੱਚ ਆ, ਜਦ ਕਿ ਇੱਥੇ ਸਰਕਲ ਦਿੱਤਾ ਹੋਇਆ। ਸੋ ਇਹ ਵੀ ਗਲਤ ਹੋ ਜਾਊਗਾ। ਆਪਸ਼ਨ ਨੰਬਰ B ਇਸ ਕੁਐਸਚਨ ਦਾ ਸਹੀ ਆਨਸਰ ਜਿਹੜਾ ਉਹ ਹੋ ਜਾਊਗਾ। ਸੋ ਤੁਸੀਂ ਦੇਖ ਲਓ ਕਿ ਇੱਥੇ ਸਾਡਾ ਜਿਹੜਾ ਇਵੇਂ ਡਾਇਮੰਡ ਦੀ ਸ਼ੇਪ ਜਿਹੜੀ ਉਹ ਬਣ ਜਾਊਗੀ। ਹੋਪ ਸੋ ਤੁਹਾਨੂੰ ਇਹ ਕੁਐਸਚਨ ਜਿਹੜਾ ਸਮਝ ਲੱਗ ਗਿਆ ਹੋਊਗਾ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ। ਆਪਸ਼ਨ ਨੰਬਰ B ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਉਹ ਹੋ ਜਾਊਗਾ। 1 ਸੈਕਿੰਡ ਦਿਓ। ਹਾਂਜੀ, ਸੋ ਇਹ ਅਗਲਾ ਕੁਐਸਚਨ ਹੈ ਤੁਹਾਡਾ ਸੀਰੀਜ਼ ਦਾ ਐਨਾਲੋਗੀ ਦਾ ਕੁਐਸਚਨ ਬੋਲ ਲਓ। ਐਨਾਲੋਗੀ ਨੂੰ ਬੈਸਟ ਰਿਪਰੈਜ਼ੈਂਟ ਕਰਦੀ ਕਿਉਂਕਿ ਰੇਸ਼ੋ ਦਾ ਸਿੰਬਲ ਜਿਹੜਾ ਵਿੱਚ ਉਹ ਦਿੱਤਾ ਹੋਇਆ ਕਿਤੇ ਨਾ ਕਿਤੇ। ਸੋ ਤੁਸੀਂ ਕੀ ਦੇਖ ਸਕਦੇ? ਤੁਸੀਂ ਦੇਖੋ ਕਿ 9 ਦੇ ਨਾਲ 81 ਦਾ ਰਿਲੇਸ਼ਨ। ਸਭ ਤੋਂ ਪਹਿਲਾਂ ਦੇਖੋ ਸਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਹੀ ਆਉਂਦੀ ਆ, ਸਕੁਅਰ ਐਂਡ ਕਿਊਬ। ਇਹਦਾ ਮਤਲਬ ਆਹ ਕੀ ਆ? 9 ਦਾ ਸਕੁਅਰ ਲਿਖਿਆ ਹੋਇਆ। ਦੈਨ ਉਸ ਤੋਂ ਬਾਅਦ ਕੀ ਹੈ ਤੁਹਾਡਾ? 4 ਤੋਂ ਬਾਅਦ ਕੁਐਸਚਨ ਮਾਰਕ ਪੁੱਛਿਆ। ਦੈਨ 16 ਦੀ ਗੱਲ ਕੀਤੀ ਹੈ। ਸੋ ਤੁਸੀਂ ਦੇਖ ਲਓ ਕਿ 16 ਵੀ ਸਕੁਅਰ ਕਿਸੇ 4 ਦਾ ਸਕੁਅਰ ਹੈਗਾ ਹੀ ਆ। ਪਰ ਤੁਸੀਂ ਹੁਣ 30 ਤੋਂ 90 ਤੱਕ ਕਿਵੇਂ ਪਹੁੰਚ ਸਕਦੇ ਆ? ਅਗਰ ਇਹਦਾ ਇੰਟੂ 3 ਕਰੋਗੇ, ਕਿੰਨਾ? 30 ਗੁਣਾ ਕਰੋਗੇ। ਇਹ ਚੀਜ਼ ਸਮਝ ਲੱਗ ਗਈ? ਹੁਣ ਤੁਸੀਂ ਦੇਖੋ ਕਿ ਇਹਨਾਂ 2 ਚੀਜ਼ਾਂ ਦਾ ਰਿਲੇਸ਼ਨ ਉਹਦੇ ਨਾਲ ਕਿਵੇਂ ਰਿਲੇਟ ਕਰੋਗੇ, ਸਮਝ ਆਉਂਦੀ ਹੈ? ਪਰ ਆਪਸ਼ਨ ਦੇ ਨਾਲ ਦੇਖ ਲਓ, ਆ 256 ਦਿਖਦਾ ਪਿਆ, ਆ 64 ਦਿਖਦਾ ਪਿਆ, ਆ 64 ਦਿਖਦਾ ਪਿਆ। ਇਹਨੂੰ ਕੀ ਮੰਨਦੇ ਆਪਾਂ? 4 ਦਾ ਕਿਊਬ, ਜਾਂ ਮੰਨਦੇ ਆਪਾਂ 8 ਦਾ ਸਕੁਅਰ। ਇਹਨੂੰ ਕੀ ਮੰਨਦੇ ਆ? 16 ਦਾ ਸਕੁਅਰ ਸਾਨੂੰ ਐਜ਼ ਇਟ ਇਜ਼ ਪਤਾ, ਆਹ 4 ਦਾ ਕਿਊਬ ਜਾਂ 8 ਦਾ ਸਕੁਅਰ। ਆ ਕੀ ਪਤਾ? 16 ਦਾ ਸਕੁਅਰ ਪਤਾ। ਸੋ ਹੁਣ ਤੁਸੀਂ ਇੱਕ ਚੀਜ਼ ਅਗਰ ਦੇਖ ਲਓਗੇ ਤਾਂ ਅਗਰ ਇਸ ਪੈਟਰਨ ਨੂੰ ਇਹਦੇ ਵਿੱਚ ਫੋਲੋ ਕਰਾਉਣ ਦੀ ਕੋਸ਼ਿਸ਼ ਕਰੋਗੇ, ਅਗਰ ਇਸ ਪੇਅਰ ਨੂੰ ਇਹਦੇ ਨਾਲ ਰਿਲੇਟ ਕਰਨ ਦੀ ਕੋਸ਼ਿਸ਼ ਕਰੋਗੇ ਕਿ ਸੈਕੰਡ ਜਿਹੜਾ ਐਲੀਮੈਂਟ ਆ ਉਹਦਾ ਸਕੁਅਰ ਕੀਤਾ ਹੋਇਆ, ਸੈਕੰਡ ਐਲੀਮੈਂਟ ਦਾ ਸਕੁਅਰ ਕੀਤਾ ਹੋਇਆ, ਤਾਂ ਆਪਣਾ ਆਹ 256 ਆ ਜਾਊਗਾ। 256 ਸਾਡਾ ਇਸ ਆਪਸ਼ਨ ਦੇ ਵਿੱਚ, ਇਸ ਆਪਸ਼ਨ ਦੇ ਵਿੱਚ। ਦੈਨ ਅਗਰ ਇੱਥੋਂ ਇੱਥੇ ਤੱਕ ਆਪਾਂ 90 ਗੁਣਾ 30 ਗੁਣਾ ਕੀਤਾ ਤਾਂ ਦੈਨ ਇੱਥੋਂ ਇੱਥੇ ਤੱਕ ਵੀ ਆਪਾਂ 30 ਗੁਣਾ ਕਰਾਂਗੇ ਤਾਂ 30 ਚੌਕਾ ਕਿੰਨਾ ਹੋ ਜਾਊਗਾ? 120। ਆਪਸ਼ਨ ਨੰਬਰ A ਇਸ ਕੁਐਸਚਨ ਦਾ ਸਾਡਾ ਜਿਹੜਾ ਸਹੀ ਆਨਸਰ ਹੋ ਜਾਊਗਾ। ਅਦਰਵਾਈਜ਼ ਤੁਸੀਂ ਕਿਵੇਂ ਕਰ ਸਕਦੇ ਸੀਗੇ? ਇਹੀ ਕੁਐਸਚਨ ਕਰ ਤਾਂ ਸਕਦੇ ਸੀ। ਮੈਂ ਉਹ ਕਹਿੰਦਾ ਕਿ ਤੁਹਾਡਾ ਦਿਮਾਗ ਕੀ ਕੰਮ ਕਰ ਸਕਦਾ ਸੀਗਾ ਤੁਸੀਂ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਬਹੁਤ ਕਲੋਜ਼ ਆਪਸ਼ਨ ਦਿੱਤੇ ਹੋਏ ਆ। ਆਪਾਂ 4 ਤੋਂ ਇਹਦਾ 25 ਗੁਣਾ ਕਰਕੇ ਲਿਆ ਸਕਦੇ ਸੀ, ਪਰ ਇੱਥੇ 25 ਗੁਣਾ ਨਹੀਂ ਹੈਗਾ, ਆ ਵੀ 25 ਗੁਣਾ। ਸੋ ਇਹ ਆਪਸ਼ਨ ਤਾਂ ਸਾਡੇ ਕੱਟੇ ਜਾਂਦੇ। ਦੈਨ ਇੱਥੋਂ ਤੁਸੀਂ ਅਗਰ 4 ਗੁਣਾ ਦੀ ਗੱਲ ਕਰਦੇ, ਸਾਨੂੰ ਪਤਾ ਸਕੁਅਰ ਦਾ ਯੂਜ਼ ਜਿਹੜਾ ਹੋਣਾ ਹੀ ਹੋਣਾ ਸੀ। ਸੋ ਇਸ ਕਰਕੇ ਸਾਡੇ ਕੋਲ ਜਿਹੜਾ ਕੀ ਪੁਆਇੰਟ ਸੀਗਾ ਉਹ ਆਹ ਕੀ ਪੁਆਇੰਟ ਸੀਗਾ। ਦੈਨ ਉਸ ਤੋਂ ਬਾਅਦ ਆਪਾਂ ਜਿਹੜਾ ਅੰਦਾਜ਼ਾ ਲਗਾ ਲੈਂਦੇ ਕਿ ਇਹਦਾ ਜਿਹੜਾ 30 ਗੁਣਾ ਹੋਇਆ, 30 ਗੁਣਾ 40 30 ਆ 120। ਆਪਸ਼ਨ ਨੰਬਰ A ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਉਹ ਹੋਪਸੋ ਤੁਹਾਨੂੰ ਇਹ ਜਿਹੜਾ ਸਮਝ ਲੱਗ ਗਿਆ ਹੋਊਗਾ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੇ ਉੱਤੇ। ਕੈਲੰਡਰ ਦਾ ਸਵਾਲ ਆ ਤੁਹਾਡਾ, ਬਹੁਤ ਹੀ ਪਿਆਰਾ ਜਿਹਾ। ਕਹਿੰਦੇ ਇਫ ਦਾ 7th ਡੇ ਬਿਫੋਰ ਦਾ ਮੰਥ। ਮੇਰੇ ਸੋਲਵ ਕਰਨ ਤੋਂ ਪਹਿਲਾਂ ਜ਼ਰੂਰ ਤੁਸੀਂ ਸੋਲਵ ਕਰ ਲਿਆ ਕਰੋ, ਥੋੜਾ ਜਿਹਾ ਟਾਈਮ ਮੈਂ ਤੁਹਾਨੂੰ ਸਾਈਡ ਤੇ ਹੋ ਕੇ ਜ਼ਰੂਰ ਦਿੰਦਾ। ਇਫ ਦਾ 7th ਡੇ ਆਫ ਦਾ ਮੰਥ ਇਜ਼ 3 ਡੇ ਬਿਫੋਰ ਫਰਾਈਡੇ। ਹੁਣ 3 ਡੇ ਬਿਫੋਰ ਫਰਾਈਡੇ ਦਾ ਮਤਲਬ, ਇਹਦਾ ਮਤਲਬ ਸਾਨੂੰ 2 ਡੇ ਲੱਭਣਾ ਪੈਣਾ। 2 ਡੇ ਸਾਨੂੰ ਰੈਫਰੈਂਸ ਗਿਵਨ ਆ ਕਾਹਦਾ? ਫਰਾਈਡੇ ਦਾ। ਆਹ ਫਰਾਈਡੇ ਹੋ ਗਿਆ। ਫਰਾਈਡੇ ਤੋਂ 3 ਦਿਨ ਪਹਿਲਾਂ ਬਿਫੋਰ ਬੋਲਿਆ ਹੋਇਆ ਨਾ ਉਹਨਾਂ ਨੇ, ਬਿਫੋਰ 1 2 3।
ਉਦਣ ਕੀ ਆ ਕਹਿੰਦੇ ਹਫਤੇ ਦੀ ਜਿਹੜੀ ਆ ਉਹ 7 ਤਰੀਕ ਆ। 7 ਤਰੀਕ ਆ ਤਾਂ ਆਪਾਂ ਦਿਨ ਵੀ ਕੱਢ ਲੈਂਦੇ, ਫਰਾਈਡੇ ਤੋਂ ਇੱਕ ਦਿਨ ਪਹਿਲਾਂ ਥਰਸਡੇ ਹੋ ਜਾਊਗਾ, ਫਿਰ ਵੈਡਨਸਡੇ ਹੋ ਜਾਊਗਾ, ਦੈਨ ਆਪਣਾ ਟਿਊਜ਼ਡੇ ਹੋ ਜਾਊਗਾ। ਟਿਊਜ਼ਡੇ ਹੋ ਗਿਆ ਤਾਂ ਇਹਦਾ ਮਤਲਬ ਆਹ 8 ਤਰੀਕ ਹੋ ਗਈ, ਆਹ 9 ਤਰੀਕ ਹੋ ਗਈ, ਆਹ 10 ਤਰੀਕ ਹੋ ਗਈ। ਦੈਨ ਉਹਨਾਂ ਨੇ ਪੁੱਛਿਆ ਆ ਦੈਨ ਵਟ ਵਿਲ ਬੀ ਦਾ 19th ਡੇ ਆਫ ਦਾ ਮੰਥ, ਦੈਨ 19ਵਾਂ ਦਿਨ ਕਿਹੜਾ ਹੋ ਜਾਊਗਾ। 19ਵੇਂ ਦਿਨ ਦੀ ਗੱਲ ਕਰੋ, ਚਾਹੇ ਆਪਾਂ ਇੱਥੋਂ ਹੀ ਬਣਾ ਲਈਏ ਕਿ 11 ਦੇ ਵਿੱਚ 11 ਬਣਾ ਲਈਏ ਤਾਂ ਆਪਾਂ ਭਾਈ ਸੈਟਰਡੇ ਨੂੰ ਹੋ ਜਾਊਗਾ, 12 ਬਣਾ ਲਈਏ ਤਾਂ ਆਪਾਂ ਸੰਡੇ ਨੂੰ ਜੋੜ ਦੇਵਾਂਗੇ। ਹੁਣ 12 ਦੇ ਵਿੱਚ ਆਪਾਂ 7 ਜੋੜ ਦਈਏ ਤਾਂ ਭਾਈ ਮੇਰਾ 19 ਹੋ ਜਾਊਗਾ, ਦੈਨ ਕੀ ਹੋ ਜਾਊਗਾ 19 ਨੂੰ ਵੀ ਮੇਰਾ ਸੰਡੇ ਹੋ ਜਾਊਗਾ। ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ। ਅਦਰਵਾਈਜ਼ ਤੁਸੀਂ ਇੱਥੋਂ ਰੈਫਰੈਂਸ ਲੈ ਸਕਦੇ ਸੀਗੇ ਕਿ ਤੁਸੀਂ ਫਰਾਈਡੇ ਦੇ ਵਿੱਚ 7 ਜੋੜਦੇ, ਅਗਰ ਫਰਾਈਡੇ ਦੇ ਵਿੱਚ 7 ਜੋੜਦੇ ਤਾਂ ਨੈਕਸਟ ਫਰਾਈਡੇ 17 ਤਰੀਕ ਆ ਜਾਣੀ ਸੀ, ਫਰਾਈਡੇ ਦੇ ਵਿੱਚ 2 ਹੋਰ ਜੋੜਦੇ ਤਾਂ ਤੁਹਾਡਾ 17 ਤੋਂ ਬਾਅਦ 2 19 ਜਿਹੜਾ ਉਹ ਵੀ ਆਨਸਰ ਜਿਹੜਾ ਉਹ ਹੋ ਜਾਣਾ ਸੀਗਾ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੇ ਉੱਤੇ। ਹਾਂਜੀ ਆਹ ਕੁਐਸਚਨ ਵੀ ਤੁਹਾਡਾ ਵਧੀਆ ਕੁਐਸਚਨ ਆ ਬਲੱਡ ਰਿਲੇਸ਼ਨ ਦਾ। ਕਹਿੰਦੇ ਇਨ ਅ ਫੈਮਿਲੀ ਆਫ 5 ਮੈਂਬਰ ਦ੍ਰਿਸ਼ਟੀ, ਸ੍ਰਿਸ਼ਟੀ, ਮਿਸ਼ਟੀ, ਵਾਓ ਕਿੰਨੇ ਵਧੀਆ ਨਾਮ ਆ। ਵਰੁਣ ਧਵਨ, ਵਰੁਣ ਧਵਨ, ਉਹ ਵਰੁਣ ਧਵਨ ਵਾਲਾ ਜਿਹੜਾ ਡੇਵਿਡ ਧਵਨ ਦਾ ਮੁੰਡਾ ਉਹ ਨਹੀਂ, ਵਰੁਣ ਕੌਮਾ ਧਵਨ ਆ। ਵਰੁਣ ਇਜ਼ ਦਾ ਹਸਬੈਂਡ ਆਫ ਦ੍ਰਿਸ਼ਟੀ। ਠੀਕ ਹੈ ਜੀ, ਸਾਡੇ ਕੋਲ 5 ਜਾਂ 6 ਬੰਦਿਆਂ ਦੀ ਗੱਲ ਕੀਤੀ ਹੋਈ ਹੈ। ਦੇਖੋ 5 ਮੈਂਬਰ ਸੌਰੀ, ਹਾਂਜੀ 1 2 3 4 5 ਪਰਸਨ ਦੀ ਗੱਲ ਕੀਤੀ। ਦੈਨ ਉਸ ਤੋਂ ਬਾਅਦ ਕੀ ਕਿਹਾ ਕਿ ਵਰੁਣ ਇਜ਼ ਦਾ ਹਸਬੈਂਡ ਆਫ ਦ੍ਰਿਸ਼ਟੀ। ਅਗਰ ਵਰੁਣ ਸਾਡਾ ਹਸਬੈਂਡ ਆ, ਪੂਰਾ ਨਾਮ ਲਿਖ ਲੈਂਦੇ ਹਾਂ ਕਿਉਂਕਿ ਨਾਮ ਸਾਡੇ ਬੜੇ ਹੀ ਪਿਆਰੇ ਜੀ ਉਹਨਾਂ ਨੇ ਲਿਖੇ ਹੋਏ ਆ, ਸੋ ਉਹਨਾਂ ਦੀ ਆਪਾਂ ਰਿਸਪੈਕਟ ਕਰ ਲੈਂਦੇ। ਕਹਿੰਦੇ ਵਰੁਣ ਇਜ਼ ਦਾ ਹਸਬੈਂਡ ਆਫ ਕਿਹਦਾ ਲਿਖਿਆ ਦ੍ਰਿਸ਼ਟੀ। ਦ੍ਰਿਸ਼ਟੀ ਸਾਡੇ ਕੋਲ ਦ੍ਰਿਸ਼ਟੀ ਦਾ ਜਿਹੜਾ ਹਸਬੈਂਡ ਉਹ ਕੌਣ ਹੋ ਜਾਊਗਾ ਸਾਡੇ ਕੋਲ ਧਵਨ ਹੋ ਵਰੁਣ ਹੋ ਜਾਊਗਾ। ਦੈਨ ਉਸ ਤੋਂ ਬਾਅਦ ਕੀ ਬੋਲਿਆ ਹੂ ਇਜ਼ ਦਾ ਸਿਸਟਰ। ਹੂ ਹੁਣ ਕਿਹਦੇ ਲਈ ਯੂਜ਼ ਕੀਤਾ ਨੀਅਰੈਸਟ ਐਲੀਮੈਂਟ ਦੇ ਮਤਲਬ ਆਬਜੈਕਟ ਦੇ ਲਈ। ਹੂ ਇਜ਼ ਦਾ ਸਿਸਟਰ ਆਫ ਸ੍ਰਿਸ਼ਟੀ, ਹੂ ਇਜ਼ ਦਾ ਸਿਸਟਰ ਆਫ ਸ੍ਰਿਸ਼ਟੀ। ਤਾਂ ਦੈਨ ਇਹ ਫੀਮੇਲ ਤਾਂ ਪਹਿਲਾਂ ਹੀ ਹੈਗੀ ਆ, ਦੈਨ ਇਹਨੂੰ ਆਪਾਂ ਕੀ ਬਣਾ ਦੇਵਾਂਗੇ ਸ੍ਰਿਸ਼ਟੀ ਦੀ ਵੀ ਜਿਹੜੀ ਆ ਉਹ ਹੂ ਇਜ਼ ਦਾ ਸਿਸਟਰ ਆਫ ਸ੍ਰਿਸ਼ਟੀ ਐਂਡ ਮਿਸਟੀ। ਹੂ ਇਜ਼ ਦਾ ਸ੍ਰਿਸ਼ਟੀ ਐਂਡ ਮਿਸਟੀ। ਹੁਣ ਸਾਨੂੰ ਇੰਨਾ ਪਤਾ ਸ੍ਰਿਸ਼ਟੀ ਦਾ ਵੀ ਜਿਹੜਾ ਨਾਮ ਤੋਂ ਕਲੀਅਰ ਹੁੰਦਾ ਕਿ ਇਹ ਸਾਡੀ ਫੀਮੇਲ ਹੋਊਗੀ, ਪਰ ਇੰਨਾ ਪਤਾ ਉਹਨਾਂ ਨੇ ਇਹ ਕਿਹਾ ਹੂ ਇਜ਼ ਦਾ ਸਿਸਟਰ ਆਫ ਸ੍ਰਿਸ਼ਟੀ ਐਂਡ ਮਿਸਟੀ। ਇਹਦਾ ਮਤਲਬ ਇਹ ਆਪਸ ਦੇ ਵਿੱਚ ਜਾਂ ਤਾਂ ਆ ਵੀ ਇਹਨਾਂ ਦੀਆਂ ਭੈਣਾਂ ਹੋ ਗਈਆਂ ਜਾਂ ਦੋਨੋਂ ਇਹਨਾਂ ਦੇ ਭਰਾ ਹੋ ਗਏ। ਹੋਪਸ ਹੋ ਕਿ ਆਪਾਂ ਜਿਹੜਾ ਜੱਜ ਨਹੀਂ ਕਰਦੇ ਬਾਈ ਨੇਮ ਤੋਂ, ਪਰ ਜਿਹੜੀ ਸਾਡੀ ਲੀਨੀਅਰ ਇਕੁਏਸ਼ਨ ਦੇ ਵਿੱਚ ਡਾਇਗਰਾਮ ਸਾਡੀ ਇਹ ਬਣ ਗਈ। ਸਾਨੂੰ ਇੰਨਾ ਪਤਾ ਕਿ ਇਹ ਆਪਸ ਦੇ ਵਿੱਚ ਜਿਹੜੇ ਇਹ ਭੈਣ ਭਰਾ ਜ਼ਰੂਰ ਹੋ ਗਏ। ਬਾਈ ਨੇਮ ਸਾਨੂੰ ਕਿਤੇ ਨਾ ਕਿਤੇ ਲੱਗਦਾ ਪਿਆ ਕਿ ਫੀਮੇਲ ਹੋਊਗੀ ਤੇ ਫੀਮੇਲ ਹੋਣ ਦੇ ਚਾਂਸਿਸ ਜਿਹੜੇ ਵੱਧ ਆ। ਉਸ ਤੋਂ ਬਾਅਦ ਉਹਨਾਂ ਨੇ ਕਲੀਅਰ ਕਰ ਦਿੱਤਾ ਆ ਕਿ ਧਵਨ ਇਜ਼ ਦਾ ਸਿੰਗਲ ਪੇਰੈਂਟ ਆਫ ਹਿਜ਼ 3 ਡਾਟਰਸ। ਹੁਣ ਹਿਜ਼ 3 ਡਾਟਰ ਦੀ ਕਿਹਦੀ ਗੱਲ ਕੀਤੀ ਆ। ਹੁਣ ਦੇਖੋ ਦ੍ਰਿਸ਼ਟੀ ਤਾਂ ਇੱਕ ਡਾਟਰ ਹੋ ਗਈ ਕਿਉਂਕਿ ਇਹ ਤਾਂ ਫੀਮੇਲ ਹੋ ਨਹੀਂ ਸਕਦਾ ਵਰੁਣ, ਆਹ ਫੀਮੇਲ ਹੋ ਗਈ, ਆਹ ਫੀਮੇਲ ਹੋ ਗਈ। ਤਾਂ ਦੈਨ ਇਹਨਾਂ ਸਾਰਿਆਂ ਦਾ ਪਾਪਾ ਕੌਣ ਆ, ਉਹ ਆਪਣੇ ਕੋਲ ਕੌਣ ਆ, ਉਹ ਧਵਨ ਹੋ ਗਿਆ। ਤਾਂ ਦੈਨ ਧਵਨ ਕੌਣ ਆ ਹਿਜ਼ ਦੀ ਗੱਲ ਕੀਤੀ ਆ ਤਾਂ ਧਵਨ ਮਤਲਬ ਮੇਲ। ਕਲੀਅਰ ਆ, ਇੰਨੀ ਚੀਜ਼ ਸਮਝ ਆਉਣੀ ਚਾਹੀਦੀ ਹੈ। ਹਿਜ਼ ਮਤਲਬ ਜੈਂਡਰ ਕਿਹਦਾ ਡਿਫਾਈਨਡ ਹੋਇਆ ਧਵਨ ਦਾ। ਸੋ ਉਹਨਾਂ ਨੇ ਪੁੱਛਿਆ ਹਾਊ ਇਜ਼ ਧਵਨ ਰਿਲੇਟਡ ਟੂ ਦ੍ਰਿਸ਼ਟੀ। ਜਿਹਦੇ ਨਾਲ ਮਰਜ਼ੀ ਪੁੱਛ ਲਵੇ, ਇਹਨਾਂ ਤਿੰਨਾਂ ਤੋਂ ਇਲਾਵਾ ਇਹ ਫਾਦਰ ਲੱਗੂਗਾ। ਅਗਰ ਵਰੁਣ ਦੇ ਰਿਸਪੈਕਟ ਦੇ ਵਿੱਚ ਪੁੱਛਿਆ ਹੁੰਦਾ ਤਾਂ ਫਾਦਰ ਇਨ ਲਾ ਜਿਹੜਾ ਆਪਸ਼ਨ ਉਹ ਆ ਜਾਂਦਾ ਸਾਡੇ ਕੋਲ। ਹੋਪਸ ਸੋ ਤੋਂ ਇਹ ਤੁਹਾਨੂੰ ਜਿਹੜਾ ਕੁਐਸਚਨ ਸਮਝ ਲੱਗ ਗਿਆ ਹੋਊਗਾ। ਬਾਈ ਨੇਮ ਆਪਾਂ ਕੰਸੀਡਰ ਨਹੀਂ ਕੀਤਾ, ਪਰ ਇਸ ਲਾਸਟ ਲਾਈਨ ਤੋਂ ਸਾਡੀਆਂ ਦੋਨੇ ਜਿਹੜੀਆਂ ਧਵਨ ਦਾ ਵੀ ਜੈਂਡਰ ਡਿਫਾਈਨਡ ਹੁੰਦਾ ਤੇ ਇਹਨਾਂ ਤਿੰਨਾਂ ਜਿਹੜੀਆਂ ਦੋਨੋਂ ਜਿਹੜੀਆਂ ਸ੍ਰਿਸ਼ਟੀ ਤੇ ਮਿਸਟੀ ਰਹਿ ਗਈਆਂ ਸੀਗੀਆਂ ਉਹਨਾਂ ਦਾ ਵੀ ਜਿਹੜਾ ਇਹ ਜੈਂਡਰ ਡਿਫਾਈਨਡ ਕਰ ਗਿਆ। ਅਗਲੀ ਗੱਲ ਚੱਲਦੇ ਹਾਂ, ਸੀਰੀਜ਼ ਦਾ ਕੁਐਸਚਨ ਆ ਸਾਡਾ A to Z। ਦੇਖੋ ਨੰਬਰ ਦੀ ਮਦਦ ਨਾਲ ਆਪਾਂ ਜ਼ਿਆਦਾ ਪਿਆਰ ਦੇ ਨਾਲ ਜਿਹੜਾ ਕੱਢ ਸਕਦੇ ਹਾਂ। ਦੇਖੋ 2 ਤੋਂ ਬਾਅਦ 4 ਆ ਗਿਆ, ਕੀ ਆਪਾਂ ਮੰਨ ਲਿਆ 2 ਹੋ ਗਿਆ। ਦੈਨ ਉਸ ਤੋਂ ਬਾਅਦ ਕੀ ਕਰਾਂਗੇ ਆਪਾਂ, ਕਿੰਨਾ ਹੋ ਜਾਊਗਾ ਇੱਥੋਂ ਇੱਥੇ ਤੱਕ ਦਾ ਡਿਫਰੈਂਸ 4 ਦਾ ਡਿਫਰੈਂਸ ਹੋ ਜਾਊਗਾ। ਅਗਲਾ ਡਿਫਰੈਂਸ ਸਾਡਾ ਦੇਖੋ ਡਿਫਰੈਂਸ ਜਿਹੜਾ ਦੁੱਗਣਾ ਹੁੰਦਾ ਪਿਆ, ਤਾਂ ਦੈਨ ਇੱਥੋਂ 8 ਦਾ ਡਿਫਰੈਂਸ ਆ ਜਾਊਗਾ। 8 ਆ ਜਾਊਗਾ ਮਤਲਬ 16 ਆ ਜਾਊਗਾ। ਤੁਸੀਂ ਇੱਦਾਂ ਵੀ ਕਰ ਸਕਦੇ ਸੀ, ਬਾਕੀ ਤੁਸੀਂ ਕੀ ਕਹਿ ਸਕਦੇ 4 ਦੂਣੀ 8 8 ਦੂਣੀ 16, ਜਿਵੇਂ ਵੀ ਤੁਹਾਡਾ ਪ੍ਰੋਸੀਡ ਕਰਾਉਂਦੇ ਤੁਸੀਂ। ਸੋ ਇਹ 8 ਦਾ ਡਿਫਰੈਂਸ ਆ ਜਾਊਗਾ। ਸੈਂਟਰ ਦੇ ਵਿੱਚ ਆਪਣੇ ਕੋਲ 16 ਆ ਜਾਊਗਾ। 16 ਆਪਣੇ ਕੋਲ ਇੱਥੇ ਹੈ ਨਹੀਂ, 16 ਆਪਣੇ ਕੋਲ ਇੱਥੇ ਹੈ ਨਹੀਂ। ਜਾਂ ਤਾਂ ਇਹ ਹੋ ਜਾਊਗਾ ਜਾਂ ਤਾਂ ਇਹ ਹੋ ਜਾਊਗਾ। ਹੁਣ ਤੁਸੀਂ ਕਿਹਦੀ ਮਦਦ ਲਓਗੇ ਭਾਈ, ਲੈਟਰ ਦੀ, ਕਿਸੇ ਇੱਕ ਲੈਟਰ ਦੀ ਮਦਦ ਲੈ ਲਓ। ਆਰ ਦੀ ਮਦਦ ਨਾ ਲਓ ਕਿਉਂਕਿ ਲਾਸਟ ਦੇ ਵਿੱਚ ਆਰ ਤਾਂ ਸਾਡਾ ਦੋਨਾਂ ਦੇ ਵਿੱਚ ਹੀ ਹੈਗਾ। ਸੋ ਆਰ ਆਪਾਂ ਰਾਜਕੁਮਾਰ ਦੀ ਜਿਹੜੀ ਮਦਦ ਆਪਾਂ ਨਹੀਂ ਲਵਾਂਗੇ, ਆਪਾਂ ਲਵਾਂਗੇ ਮਦਦ ਆ ਸਾਡਾ ਕਿੰਨਾ ਹੋ ਜਾਊਗਾ, ਆ 1 ਹੋ ਜਾਊਗਾ, ਆ 4 ਹੋ ਜਾਊਗਾ। +3 ਦੀ ਗੱਲ ਕੀਤੀ ਹੈ, ਦੈਨ ਇੱਥੋਂ 7 +3 ਦੀ ਗੱਲ, ਦੈਨ ਸਾਨੂੰ ਪਤਾ ਕਿ +3। ਸੋ ਜੇ ਸਾਡਾ ਜੇ ਸਭ ਤੋਂ ਪਹਿਲਾਂ ਆ ਜਾਊਗਾ, ਆਰ ਸਾਡਾ ਐਜ਼ ਇਟ ਇਜ਼ ਰਹਿ ਜਾਊਗਾ। ਤੁਸੀਂ ਚੈੱਕ ਕਰਾ ਸਕਦੇ ਆ ਕਿ ਉੱਥੋਂ ਉੱਥੇ ਤੱਕ ਜਿਹੜਾ -2 ਜਿਹੜਾ ਚੱਲਦਾ ਪਿਆ 24 ਤੋਂ 22 -2 22 ਤੋਂ 20 -2 ਦੈਨ 20 ਤੋਂ -2 ਜਿਹੜਾ 18। ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਜਿਹੜਾ ਆਨਸਰ ਉਹ ਸਹੀ ਹੋ ਜਾਵੇਗਾ।
ਹੁਣ ਇਹਦਾ ਤੁਹਾਡਾ ਕਲਾਸੀਫਿਕੇਸ਼ਨ ਦਾ ਸਵਾਲ ਆ। ਕਲਾਸੀਫਿਕੇਸ਼ਨ ਵੀ ਤੁਹਾਡੇ ਚੈਪਟਰ ਦੇ ਪੇਪਰ ਦੇ ਲਈ ਬਹੁਤ ਹੀ ਇੰਪੋਰਟੈਂਟ ਜਿਹੜਾ ਚੈਪਟਰ ਆ, ਕਿਉਂਕਿ ਇਹਦੇ ਵਿੱਚ ਮਲਟੀਪਲ ਲੌਜਿਕ ਲੱਗ ਜਾਂਦੇ, ਐਨਾਲੋਗੀ ਹੋਵੇ ਚਾਹੇ ਕਲਾਸੀਫਿਕੇਸ਼ਨ ਹੋਵੇ। 4 ਨੰਬਰ ਆਫ ਪੇਅਰ ਹੈਵ ਬੀਨ ਗਿਵਨ ਆਊਟ, ਦੇਅਰ ਆਰ ਅਲਾਈਕ ਇਨ ਸਮ ਮੈਨਰ, 1 ਇਜ਼ ਡਿਫਰੈਂਟ, ਸਿਲੈਕਟ ਦਾ ਨੰਬਰ ਆਫ ਪੇਅਰ ਦੈਟ ਇਜ਼ ਡਿਫਰੈਂਟ ਫਰੋਮ ਦਾ ਰੈਸਟ। ਕਿਵੇਂ ਤੁਸੀਂ ਕਰ ਸਕਦੇ, ਅਗਰ ਤੁਹਾਨੂੰ ਕੁਝ ਵੀ ਨਹੀਂ ਸਮਝ ਆਉਂਦੀ ਤਾਂ ਤੁਸੀਂ ਸਭ ਤੋਂ ਪਹਿਲਾਂ ਪਤਾ ਤੁਹਾਨੂੰ ਸਿੰਗਲ ਲੈਟਰ ਲਿਖਿਆ ਹੋਇਆ, ਉਸ ਤੋਂ 3 ਲੈਟਰ ਹੋ ਗਏ, ਸਿੰਗਲ ਲੈਟਰ 3 ਲੈਟਰ, ਡਬਲ ਲੈਟਰ ਲਿਖੇ ਹੋਏ ਆ ਉਸ ਤੋਂ 3 ਲੈਟਰ। ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਗੁਣਾ ਜਿਹੜੀ ਹੋਈ ਹੋਣੀ ਹੈ, ਅਗਰ ਗੁਣਾ ਦੀ ਪਛਾਣ ਕਰਨੀ ਤਾਂ ਉਹ ਲੈਟਰ ਲੱਭ ਲਓ ਜਿਹੜਾ ਤੁਹਾਨੂੰ ਆਸਾਨੀ ਦੇ ਨਾਲ ਲਿਖਦਾ ਹੋਊਗਾ, ਅਦਰਵਾਈਜ਼ ਤੁਹਾਨੂੰ ਪਹਾੜੇ ਮੂੰਹ ਜ਼ਬਾਨੀ ਹੋਣੇ ਚਾਹੀਦੇ ਆ। ਤੁਸੀਂ ਦੇਖੋਗੇ ਕਿ 21 ਦਾ 7 ਗੁਣਾ ਕਰੋਗੇ, 21 ਦਾ 7 ਗੁਣਾ ਕਰੋਗੇ, 7 ਏਕਮ 7, 7 ਦੂਣੀ 14। ਸੋ ਪੋਸੀਬਿਲਿਟੀ ਆ ਕਿ ਇਹਦੇ ਵਿੱਚ 7 ਲੱਗਾ। ਅਗਰ ਬਾਕੀਆਂ ਦੇ ਵਿੱਚ ਪੇਅਰ ਨਾ ਬਣਦਾ ਹੋਇਆ ਤਾਂ ਇਹ ਡਿਫਰੈਂਟ ਆ, ਅਗਰ ਇਹਨਾਂ ਦੇ ਵਿੱਚ ਪੇਅਰ ਬਣ ਗਿਆ ਤਾਂ ਕੋਈ ਹੋਰ ਡਿਫਰੈਂਟ ਹੋਊਗਾ। ਦੈਨ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ 16 ਸੱਤਾ ਕਿੰਨਾ ਹੁੰਦਾ, 16 ਸੱਤਾ 112 ਪਤਾ ਹੈ ਨਾ ਤੁਹਾਨੂੰ, 7 ਛੀਕ 42, 2 7 4 11। ਦੈਨ ਉਸ ਤੋਂ ਬਾਅਦ ਤੁਸੀਂ ਦੇਖੋਗੇ 17 ਸੱਤਾ 119, 7 7 49 ਤੁਹਾਨੂੰ ਪਤਾ ਨਾ, 4 ਹਾਂਸ ਲਾ ਕੇ ਜਿਹੜਾ ਤੁਹਾਡਾ ਇਹ ਵੀ ਹੋ ਜਾਊਗਾ। ਦੈਨ ਉਸ ਤੋਂ ਬਾਅਦ ਆ ਤੁਹਾਡਾ ਕਿੰਨਾ ਹੋ ਜਾਊਗਾ 26 ਸੱਤਾ 42। ਯੂਨਿਟ ਡਿਜਿਟ ਤੋਂ ਵੀ ਪਤਾ ਲੱਗਦਾ ਕਿ ਪਿੱਛੇ 2 ਆਉਣਾ ਚਾਹੀਦਾ ਸੀਗਾ। ਸੋ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਸਹੀ ਆਨਸਰ ਹੋ ਜਾਊਗਾ, ਜੋ ਕਿ ਗਲਤ ਆ। ਗਲਤ ਇਹਦਾ ਮਤਲਬ ਇਹਨਾਂ ਤੋਂ ਵੱਖਰਾ ਤਾਂ ਆਨਸਰ ਸਾਡਾ ਉਹ ਹੋ ਜਾਊਗਾ। ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਉੱਤੇ। ਇਹ ਵੀ ਤੁਹਾਡਾ ਸੀਰੀਜ਼ ਦਾ ਕੁਐਸਚਨ ਆ, ਉੱਤੇ ਲਿਖਿਆ ਹੋਇਆ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀਰੀਜ਼ ਦਾ ਕੁਐਸਚਨ ਆ। ਕਿਵੇਂ ਆਪਾਂ ਇਹਨੂੰ ਫਾਈਂਡ ਕਰਾਂਗੇ, ਧਿਆਨ ਦੇ ਨਾਲ ਸਮਝਿਓ। ਹੁਣ ਦੇਖੋ ਕੌਮਾ ਪਾਇਆ ਹੋਇਆ ਤਾਂ ਆਪਾਂ ਸੀਰੀਜ਼ ਚੱਲਾਂਗੇ, ਨਾਲ ਮਾਈਨਸ ਦੀ ਗੱਲ ਕੀਤੀ ਆ, ਇਹਨੂੰ ਇੱਥੇ ਹੀ ਸੋਲਵ ਕਰ ਲੈਂਦੇ, ਥੋੜਾ ਜਿਹਾ ਜ਼ੂਮ ਕਰ ਲੈਂਦੇ ਆਪਾਂ ਆਪਣੀ ਸੁਵਿਧਾ ਦੇ ਲਈ। ਸੋ ਇੱਥੋਂ ਇੱਥੇ ਤੱਕ ਦੇਖਾਂਗੇ ਕਿ ਆਪਾਂ, ਤੁਸੀਂ ਹੁਣ ਦੇਖੋ ਕਿ ਲੈਟਰ ਜਿਹੜੇ ਇੱਕ ਸਿੰਗਲ ਡਿਜਿਟ ਲੈਟਰ ਤੋਂ, ਉਹ ਵੀ ਜਿੱਥੋਂ ਗਿਣਤੀ ਆਪਾਂ ਸਟਾਰਟ ਕਰਦੇ ਹਾਂ ਨੈਚੁਰਲ ਨੰਬਰ ਦੀ, ਕਿੱਥੇ ਤੱਕ ਪਹੁੰਚ ਗਿਆ 4 ਡਿਜਿਟ ਗੁਣਾ ਹੋਈ ਹੋਊਗੀ, ਜ਼ਾਹਿਰ ਜੀ ਗੱਲ ਆ। ਤਾਂ ਇੱਥੇ ਤੱਕ ਦਾ ਗੁਣਾ ਤੁਹਾਨੂੰ ਮੂੰਹ ਜ਼ਬਾਨੀ ਜਿਹੜੀ ਆਉਂਦੀ ਹੋਣੀ ਆ, ਕਿੰਨਾ ਹੋ ਜਾਊਗਾ ਕਿ ਇੱਥੋਂ ਇੱਥੇ ਤੱਕ -3 ਗੁਣਾ ਹੋਇਆ। ਮਾਈਨਸ ਨੂੰ ਛੱਡੋ, ਤੁਸੀਂ ਮਾਈਨਸ ਨਾਲ ਇਨਕਲੂਡ ਹੁੰਦਾ ਪਿਆ। ਦੈਨ ਹਾਂ ਮਾਈਨਸ ਛੱਡਣਾ ਕਦੇ, ਮਾਈਨਸ ਨੂੰ ਲਾਣਾ ਹੀ ਪਊਗਾ ਕਿਉਂਕਿ ਆਨਸਰ ਵੀ ਹੈਗੇ ਸਾਡੇ, ਕਿਉਂਕਿ ਉਹ ਨਾ ਸੌਰੀ ਅੱਛਾ ਇਹ ਸੀਰੀਜ਼ ਦਾ ਨਹੀਂ ਹੈ। ਇੱਕ ਮਿੰਟ ਧਿਆਨ ਨਾਲ, ਫਾਈਂਡ ਆਇਡੈਂਟੀਫਾਈਡ ਦਾ ਫੋਲੋਇੰਗ ਨੰਬਰ ਡਜ਼ ਨਾਟ ਬਿਲੋਂਗ ਟੂ ਦਾ ਫੋਲੋਇੰਗ ਸੀਰੀਜ਼। ਹਾਂ ਇਹਦਾ ਮਤਲਬ ਆਪਾਂ ਰੋਂਗ ਨੰਬਰ ਫਾਈਂਡ ਕਰਨਾ, ਮੈਨੂੰ ਥੋੜਾ ਜਿਹਾ ਅਸੁਵਿਧਾ ਦੇ ਲਈ ਖੇਦ ਹੈ। ਸੋ ਰੋਂਗ ਨੰਬਰ ਫਾਈਂਡ ਕਰਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਇਹਨੂੰ ਕਿੰਨੇ ਦਾ ਗੁਣਾ ਕੀਤਾ ਗਿਆ ਹੋਇਆ, -3 ਦੇ ਨਾਲ ਗੁਣਾ ਕੀਤਾ ਪਿਆ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ, ਫਿਰ -3 ਦੇ ਨਾਲ ਗੁਣਾ ਕਰਾਂਗੇ ਤਾਂ ਹੀ ਸਾਡਾ ਪੋਜ਼ਿਟਿਵ ਆ ਜਾਊਗਾ, -3 ਦੇ ਨਾਲ ਗੁਣਾ ਹੋਊਗੀ ਤਾਂ ਹੀ ਸਾਡਾ ਪੋਜ਼ਿਟਿਵ ਦਾ 3 ਆ ਜਾਊਗਾ। ਅਦਰਵਾਈਜ਼ ਤੁਸੀਂ ਬਰਬਲੀ ਵੀ ਦੇਖ ਸਕਦੇ ਕਿ 3 ਗੁਣਾ ਜਿਹੜਾ ਹੁੰਦਾ ਪਿਆ, ਪਰ ਮਾਈਨਸ ਦਾ ਧਿਆਨ ਰੱਖਣਾ ਕਰਕੇ ਸਾਨੂੰ ਇਸ ਚੀਜ਼ ਦੀ ਜਿਹੜੀ ਲੋੜ ਪਊਗੀ। ਦੈਨ ਉਸ ਤੋਂ ਬਾਅਦ ਫਿਰ -3 ਦੇ ਨਾਲ ਗੁਣਾ ਕੀਤਾ ਪਿਆ, ਦੈਨ ਉਸ ਤੋਂ ਬਾਅਦ ਫਿਰ -3 ਦੇ ਨਾਲ ਗੁਣਾ ਕੀਤਾ ਪਿਆ, ਦੈਨ ਉਸ ਤੋਂ ਬਾਅਦ ਫਿਰ ਸਾਡਾ ਕਿੰਨਾ ਕੀਤਾ ਪਿਆ, -3 ਦੇ ਨਾਲ ਗੁਣਾ ਕੀਤਾ ਪਿਆ। ਸਾਨੂੰ ਪਤਾ ਕਿ 3 ਤੀਏ 3 ਤੀਏ 9, 3 ਤੀਏ 9। ਵਾਓ ਕਿੰਨੀ ਵਧੀਆ ਆਪਾਂ ਪਹਾੜੇ ਬੋਲਦੇ, 3 3s ਆਪਾਂ ਬੋਲੇ ਨਹੀਂ ਕਦੀ। ਹੁਣ ਇਹਦੇ ਵਿੱਚ ਆ ਜਾਊਗਾ ਤਾਂ ਦੈਨ ਇੱਥੇ ਪੋਜ਼ਿਟਿਵ ਆ ਜਾਊਗਾ। ਦੈਨ ਹੁਣ ਲਾਸਟ ਦੇ ਵਿੱਚ ਤੁਸੀਂ ਕਰੋਗੇ ਕਿ 7 ਤੀਆ ਯੂਨਿਟ ਡਿਜਿਟ ਤੁਹਾਨੂੰ ਪਤਾ ਕਿ 7 ਆਉਣਾ ਚਾਹੀਦਾ, ਪਰ ਇੱਥੇ ਕਿੰਨਾ ਹੈ ਤੁਹਾਡੇ ਕੋਲ 3 ਆ। ਸੋ ਇਹੀ ਸਾਡਾ ਜਿਹੜਾ ਇਹਦੇ ਵਿੱਚੋਂ ਭਿੰਨ ਹੋ ਜਾਊਗਾ, ਕਿਉਂਕਿ ਆਪਾਂ ਔਡ 1 ਆਊਟ ਚੁਣਨਾ ਸੀਗਾ ਇਹਦੇ ਵਿੱਚੋਂ, ਸੀਰੀਜ਼ ਦੇ ਵਿੱਚੋਂ। ਸੋ ਆਪਸ਼ਨ ਨੰਬਰ ਏ, ਅਗਰ ਆਪਾਂ ਆਨਸਰ ਦੀ ਗੱਲ ਕਰੀਏ 729 ਮਾਈਨਸ ਤਾਂ ਨਾਲ ਲੱਗੂਗਾ ਹੀ ਲੱਗੂਗਾ, ਆ 3 ਆ ਜਾਊਗਾ, 9 ਤੀਆ 27, 2 ਆ ਜਾਊਗਾ, 3 ਦੂਣੀ 6, 6 ਤੇ 2 8 ਆ ਜਾਊਗਾ। ਦੈਨ 7 ਤੀਆ 21 ਤੇ 2 ਕਿੰਨਾ ਆ ਜਾਊਗਾ ਸਾਡਾ, ਸੌਰੀ 7 ਤੀਆ 21 ਐਜ਼ ਇਟ ਇਜ਼ ਰਹਿ ਜਾਊਗਾ। ਸੋ ਮਾਈਨਸ ਦਾ 2187 ਜਿਹੜਾ ਸਾਡਾ ਆਨਸਰ ਆਉਣਾ ਚਾਹੀਦਾ ਸੀ, ਜਦ ਕਿ 2183 ਦਿੱਤਾ ਹੋਇਆ। ਸੋ -3 ਦੇ ਨਾਲ ਗੁਣਾ ਹੁੰਦੀ ਗਈ ਸੀ। ਹੋਪ ਸੋ ਤੁਹਾਨੂੰ ਇੱਕ ਕੁਐਸਚਨ ਜਿਹੜਾ ਕਲੀਅਰ ਹੋ ਗਿਆ ਹੋਣਾ। 2-3 ਕੁਐਸਚਨ ਬਚੇ ਆ ਤੁਹਾਡੇ, ਦੈਨ ਉਸ ਤੋਂ ਬਾਅਦ ਆਪਾਂ ਜਿਹੜਾ ਸੈਸ਼ਨ ਨੂੰ ਐਂਡ ਉਹ ਕਰ ਲਵਾਂਗੇ। ਚੱਲਦੇ ਆਪਾਂ ਇਸ ਕੁਐਸਚਨ ਦੇ ਉੱਤੇ। ਇਹ ਕੁਐਸਚਨ ਸਾਡਾ ਭਾਈ 1 ਸੈਕਿੰਡ ਦਾ ਕੁਐਸਚਨ ਆ, ਅਗਰ ਤੁਹਾਡੇ ਦਿਮਾਗ ਦੇ ਵਿੱਚ ਲੌਜਿਕ ਸਟ੍ਰਾਈਕ ਕਰਨ ਤੋਂ ਬਾਅਦ ਦੀ ਗੱਲ ਕਰਦੇ ਹਾਂ। ਹਾਂਜੀ ਕੀ ਲਿਖਿਆ ਹੋਇਆ, ਕਹਿੰਦੇ ਇਕੁਏਸ਼ਨ EQUATION, ਇਕੁਏਸ਼ਨ ਨੂੰ ਕੀ ਲਿਖਿਆ ਗਿਆ ਹੋਇਆ, ZFJVMLRG। ਕਿਵੇਂ ਦੇਖ ਸਕਦੇ ਤੁਸੀਂ, ਇਹਦੀ ਵੈਲਿਊ 5 ਲਗਾ ਲਓ, ਇਹਦੀ 17, ਇਹਦੀ 21, ਇਹਦੀ 1, ਇਹਦੀ 20, ਇਹਦੀ 9। ਉਸ ਤੋਂ ਬਾਅਦ ਕੀ ਹੋ ਜਾਊਗਾ, ਆ 15 ਹੋ ਜਾਊਗਾ, ਆ 14 ਹੋ ਜਾਊਗਾ, ਆ 7 ਹੋ ਜਾਊਗਾ, ਆ 18 ਹੋ ਜਾਊਗਾ, 12 13 22 10 6 ਤੇ 26। ਕਿਵੇਂ ਤੁਸੀਂ ਦੇਖ ਸਕਦੇ ਸਟਾਰਟਿੰਗ ਦੇ ਵਿੱਚ ਸਾਨੂੰ ਪਤਾ ਕਿ ਆਪਾਂ ਡਾਇਰੈਕਟ ਇਨਫੋਰਮੇਸ਼ਨ ਦੇਖਦੇ ਹਾਂ ਕਿ ਭਾਈ ਡਾਇਰੈਕਟ ਟੂ ਡਾਇਰੈਕਟ ਕੀ ਹੋ ਜਾਊਗਾ ਸਾਡਾ। ਤੁਸੀਂ ਦੇਖੋ ਕਿ 5 ਤੋਂ 7 ਤੁਹਾਨੂੰ +21 ਕਰਨਾ ਪਊਗਾ, ਪਰ 21 ਕਰ ਦਿੱਤਾ ਤਾਂ ਜਾਂ ਤਾਂ 20 ਹੁੰਦਾ ਜਾਂ 22 ਹੁੰਦਾ। ਦੈਨ ਉਸ ਤੋਂ ਬਾਅਦ ਕੀ ਸਾਡਾ ਕੀ ਕਰਨਾ ਪਊਗਾ, ਤੁਹਾਨੂੰ
ਮਾਈਨਸ ਦਾ ਜਿਹੜਾ 11 ਕਰਨਾ ਪਊਗਾ। ਸੋ ਇਹ ਜਿਹੜਾ ਤੁੱਕ ਜਿਹੜਾ ਕੋਈ ਬਣਦਾ ਨਹੀਂ ਪਿਆ, ਕਿਉਂਕਿ ਕੋਡਿੰਗ ਡਿਕੋਡਿੰਗ ਦੇ ਵਿੱਚ ਡਬਲ ਡਿਫਰੈਂਸ ਦਾ ਤਾਂ ਕੋਈ ਕੰਮ ਹੀ ਨਹੀਂ ਹੈਗਾ। ਉਸ ਤੋਂ ਬਾਅਦ ਇੱਥੇ ਦੇਖ ਲਓ ਜਾ ਕੇ ਫੇਰ ਤੁਹਾਡਾ ਪਲੱਸ ਗਿਆ, ਇੱਥੇ ਤੁਹਾਡਾ ਮਾਈਨਸ ਦਾ 11 ਹੋ ਗਿਆ। ਦੈਨ ਉਸ ਤੋਂ ਬਾਅਦ ਕੀ ਇੱਥੇ ਦੇਖੋ ਕਿ ਮਾਈਨਸ ਦਾ ਕਿੰਨਾ ਹੋ ਗਿਆ ਤੁਹਾਡਾ, ਮਾਈਨਸ ਦਾ ਜਾਂ ਤਾਂ 5 ਕਰ ਲਓ ਜਾਂ ਤਾਂ ਤੁਹਾਡਾ ਪਲੱਸ ਦਾ ਤੁਸੀਂ ਕਿੰਨਾ ਕਰ ਲਓ, ਪਲੱਸ ਦਾ 20 ਕਰ ਲਓ। ਸੋ ਇਹ ਵੀ ਸਾਡੀ ਗੱਲ ਨਹੀਂ ਬਣਦੀ ਪਈ। ਸੋ ਕਿਵੇਂ ਆਪਾਂ ਉਹ ਚੀਜ਼ ਦੇਖਾਂਗੇ, ਸਾਈਡ ਦੇ ਵਿੱਚ ਮਿਲਾ ਕੇ ਦੇਖ ਲਓ ਕਿ 5 ਤੇ 2 7 ਹਾਂਜੀ ਬਣਦਾ ਪਿਆ। ਇੱਥੋਂ ਇੱਥੇ ਤੱਕ ਦੇਖੋਗੇ, ਇੱਥੋਂ ਇੱਥੇ ਤੱਕ ਤੁਸੀਂ ਮੰਨ ਲਿਆ ਕਿ ਸਾਈਡ ਦੇ ਵਿੱਚ ਤੁਹਾਡਾ +2 ਹੁੰਦਾ ਪਿਆ। ਇੱਥੋਂ ਇੱਥੇ ਤੱਕ ਦੇਖਾਂਗੇ ਕਿ +1 ਹੁੰਦਾ ਪਿਆ। ਇਹ ਤੁਸੀਂ ਦੇਖੋ ਕਿ ਸੀਰੀਜ਼ ਇੱਦਾਂ ਜਿਹੜੀ ਇਨਕਰੀਜ਼ ਹੋਣੀ ਚਾਹੀਦੀ ਸੀ, ਮੰਨ ਵੀ ਲਿਆ। ਪਰ ਤੁਸੀਂ ਦੇਖੋ ਕਿ ਜਿੱਦਾਂ 21 ਤੇ 22 ਦੀ ਗੱਲ ਕਰੋਗੇ, 21 ਤੇ 22 ਦੀ 21 ਤੇ 12 ਦੀ ਗੱਲ ਚੱਲ ਜੂਗੀ ਤਾਂ ਇਹ 9 ਦਾ ਜਿਹੜਾ ਡਿਫਰੈਂਸ ਆ ਜਾਊਗਾ। ਦੈਨ ਇਹ ਵੀ ਸਾਡਾ ਜਿਹੜਾ ਖਾਰਿਜ ਹੋ ਜਾਊਗਾ। ਸੋ ਫਿਰ ਇਹਦੇ ਵਿੱਚ ਕੀ ਲੌਜਿਕ ਆ, ਸੋ ਇਹਦੇ ਵਿੱਚ ਲੌਜਿਕ ਆ ਜਿਹੜਾ ਬਹੁਤ ਹੀ ਪਿਆਰਾ, ਜਿਹੜਾ ਤੁਹਾਡਾ ਓਪੋਜ਼ਿਟ ਦਾ ਲੌਜਿਕ ਆ ਉਹ ਕੀ ਆ ਸਾਡਾ, ਤੁਸੀਂ ਦੇਖੋਗੇ ਕਿ ਚੌਥਾ ਲੈਟਰ ਜਿਹੜਾ ਪਹਿਲੇ ਲੈਟਰ ਦਾ ਓਪੋਜ਼ਿਟ ਲਿਖਿਆ ਹੋਇਆ, EV ਲਿਖਿਆ ਹੋਇਆ, UF ਲਿਖਿਆ ਹੋਇਆ, QJ ਲਿਖਿਆ ਹੋਇਆ। ਸੋ ਸਿਮਿਲਰਲੀ N ਦਾ M, T ਦਾ G, O ਦਾ L, I ਦਾ R। ਸੋ ਕੀ ਕੀਤਾ ਹੋਇਆ, ਸਾਨੂੰ ਪਤਾ ਕਿ ਚੌਥੇ ਲੈਟਰ ਦਾ ਓਪੋਜ਼ਿਟ ਸਭ ਤੋਂ ਮੂਹਰੇ ਲਿਖਾਂਗੇ H। ਸਿਰਫ ਆਪਸ਼ਨ ਨੰਬਰ A ਦੇ ਵਿੱਚ ਸਾਡਾ ਹੈਗਾ, ਬਾਕੀ ਪੂਰਾ ਸੋਲਵ ਕਰਨ ਦੀ ਲੋੜ ਹੀ ਨਹੀਂ ਅਗਰ ਲੌਜਿਕ ਸਾਡਾ ਪਤਾ ਲੱਗ ਗਿਆ। ਸਾਰੇ ਪੋਸੀਬਲ ਲੌਜਿਕ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੇ ਸੀਗੇ ਕਿ ਅਗਰ ਤੁਸੀਂ ਡਾਇਗਨਲ ਲਗਾ ਕੇ ਦੇਖੋ ਪਹਿਲੇ ਨਾਲ ਪਹਿਲਾ, ਉਹ ਵੀ ਸਾਡਾ ਨਹੀਂ। ਸੋ ਓਪੋਜ਼ਿਟ ਦਾ ਕੰਸੈਪਟ ਇਹਨੂੰ ਵੀ ਤੁਸੀਂ ਯਾਦ ਰੱਖਣਾ। ਜ਼ਰੂਰੀ ਨਹੀਂ ਕਿ ਓਪੋਜ਼ਿਟ ਡਾਇਰੈਕਟ ਹੀ ਲੱਗੇ, ਉਹ ਡਾਇਗਨਲੀ ਵੀ ਲੱਗ ਸਕਦਾ, ਇੱਦਾਂ 4-4 ਦੇ ਪੇਅਰ ਦੇ ਵਿੱਚ ਵੀ ਜਿਹੜਾ ਉਹ ਲੱਗ ਸਕਦਾ। ਨੈਕਸਟ ਕੁਐਸਚਨ ਦੇ ਵਿੱਚ ਚੱਲਦੇ ਹਾਂ। ਸੋ ਇਹ ਤੁਹਾਡਾ ਡਾਟਾ ਸਫੀਸ਼ੀਐਂਸੀ ਦਾ ਕੁਐਸਚਨ ਆ। ਡਾਟਾ ਸਫੀਸ਼ੀਐਂਸੀ ਦਾ ਮਤਲਬ ਕੀ ਆ, ਸਾਡੇ ਕੋਲ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ, ਦੈਨ ਸਾਨੂੰ ਡਾਟਾ ਦਿੱਤਾ ਹੁੰਦਾ ਕਿ ਡਾਟਾ ਪਹਿਲਾ ਰਿਕੁਆਇਰਡ ਆ ਜਾਂ ਕੱਲਾ ਦੂਸਰਾ ਰਿਕੁਆਇਰਡ ਆ ਜਾਂ ਦੋਨਾਂ ਨੂੰ ਰਲਾ ਕੇ। ਸੋ ਆਪਾਂ ਸਾਡੀ ਸਟੇਟਮੈਂਟ ਪੜ੍ਹ ਲੈਂਦੇ, ਕਹਿੰਦੇ ਦਾ ਕੁਐਸਚਨ ਬਿਲੋ ਕੰਸਿਸਟ, ਪਹਿਲਾਂ ਤਾਂ ਸਭ ਤੋਂ ਉੱਤਲੀ ਚੀਜ਼ ਤੁਹਾਨੂੰ ਦਿਖਾ ਦਿੰਦੇ, ਬਾਕੀ ਸਾਨੂੰ ਆਪਸ਼ਨਾਂ ਦੇ ਨਾਲ ਤਾਂ ਬਾਅਦ ਚੋਂ ਨਹੀਂ ਮਤਲਬ ਆ। ਕੁਐਸਚਨ ਹੀ ਆਪਾਂ ਜਿਹੜਾ ਪੜ੍ਹ ਲੈਂਦੇ ਸਭ ਤੋਂ ਪਹਿਲਾਂ ਕੀ ਹੋ ਜਾਊਗਾ ਸਾਡਾ, ਕਹਿੰਦੇ ਦਿਖਦਾ ਪਿਆ ਨਾ, ਹਾਂਜੀ। The question below consists of a question and two statement number 1 and 2 given below it. You have to decide whether the provided in the statement are sufficient to answer the question. Read the both the statement and given answer. So ਆ ਸਾਡੇ ਕੋਲ ਜਿਹੜੀ ਸਟੇਟਮੈਂਟ ਆ ਜੂਗੀ, ਕਹਿੰਦੇ ਇਨ ਅ ਰੋ ਆਫ 5% ਦੀ ਗੱਲ ਕੀਤੀ ਹੈ, P Q R S and T who is standing in the middle। ਹੁਣ ਕੋਮਾ ਪਾਇਆ, ਇੱਕ ਗੱਲ ਧਿਆਨ ਰੱਖਿਓ, ਹੁਣ ਇਹ T ਦੀ ਗੱਲ ਨਹੀਂ ਕੀਤੀ। ਦੈਨ ਇਹਦਾ ਮਤਲਬ ਉਹਨਾਂ ਨੇ ਸਾਨੂੰ ਪੁੱਛਿਆ ਕਿ ਭਾਈ P Q R S T ਇਹ ਸਾਡੇ ਕੋਲ ਜਿਹੜੇ ਆ 5% ਆ, ਉਹਨਾਂ ਨੇ ਸਾਨੂੰ ਇਹ ਪੁੱਛਿਆ who is standing in the middle। ਹੁਣ ਇਹ who is standing in the middle 5 ਬੰਦੇ ਦੇਣ ਤੋਂ ਬਾਅਦ ਸਾਨੂੰ ਇਹ ਪੁੱਛ ਲਿਆ ਕਿ ਸੈਂਟਰ ਦੇ ਵਿੱਚ ਕੌਣ ਖੜਿਆ ਹੋਇਆ। ਇਸ ਕੋਮੇ ਦਾ ਜ਼ਰੂਰ ਧਿਆਨ ਰੱਖਿਓ, ਇਹ T ਦੀ ਗੱਲ ਨਹੀਂ ਪੁੱਛੀ, ਸਮਝ ਲੱਗ ਗਈ ਆ। ਤੋ ਤੁਸੀਂ ਦੇਖੋ ਉਹਨਾਂ ਨੇ ਸਾਨੂੰ ਫਿਰ 2 ਡਾਟਾ ਦਿੱਤੇ ਹੋ, ਪਹਿਲੇ ਦੇ ਵਿੱਚ ਕੀ ਕਿਹਾ, ਦੂਸਰੇ ਦੇ ਵਿੱਚ ਕੀ ਕਿਹਾ। ਪਹਿਲੇ ਦੇ ਵਿੱਚ ਕੀ ਕਿਹਾ, S is to the immediate right of T, ਬਣਾ ਲੈਂਦੇ ਆਪਾਂ S is to the immediate right of T। ਹੁਣ ਇੱਕ ਚੀਜ਼ ਧਿਆਨ ਦੇ ਨਾਲ ਸਮਝਿਓ, ਤਾਂ ਉਹਨਾਂ ਨੇ ਸਾਨੂੰ ਜਿਹੜੀ ਰੋ ਦੀ ਗੱਲ ਨਹੀਂ ਦਿੱਤੀ ਹੋਈ ਕਿ ਨਾਰਥ ਵੱਲੋਂ ਦੇਖਦੇ ਆ ਸਾਊਥ ਵੱਲੋਂ ਦੇਖਦੇ ਪਿਆ। ਜਨਰਲੀ ਆਪਾਂ ਮੰਨ ਕੇ ਚੱਲਦੇ ਆ ਕਿ ਆਪਾਂ ਨਾਰਥ ਦੇ ਕੰਨੀ ਬਣਾ ਲੈਂਦੇ ਤਾਂ ਕਿ ਸਾਡਾ ਰਾਈਟ ਲੈਫਟ ਸਾਨੂੰ ਬਣਾਉਣਾ ਜਿਹੜਾ ਸੌਖਾ ਹੋ ਜਾਊਗਾ। ਅਦਰਵਾਈਜ਼ ਤੁਸੀਂ ਸਾਊਥ ਲੈ ਕੇ ਵੀ ਜਿਹੜਾ ਬਣਾ ਸਕਦੇ ਹੋ। ਸੋ ਆਪਾਂ ਜਨਰਲੀ ਕੰਸੀਡਰ ਕਰਦੇ ਹਾਂ ਜਦੋਂ ਕੋਈ ਵੀ ਸਾਨੂੰ ਸਟੇਟਮੈਂਟ ਗਿਵਨ ਨਹੀਂ ਹੁੰਦੀ ਡਾਇਰੈਕਸ਼ਨ ਬਾਰੇ, ਦੈਨ ਆਪਾਂ ਆਪਣੇ ਅਕੋਰਡਿੰਗਲੀ ਬਣਾ ਲੈਂਦੇ, ਕਿਉਂਕਿ ਅਗਰ ਆਪਾਂ ਇਸ ਲਾਈਨ ਦੇ ਤਰ੍ਹਾਂ ਬੈਠਾਂਗੇ ਤਾਂ ਆਪਾਂ ਸਭ ਤੋਂ ਪਹਿਲਾਂ ਇਹਨੂੰ ਹੀ ਜਿਹੜਾ ਕੰਸੀਡਰ ਕਰਦੇ ਹਾਂ। ਕਹਿੰਦੇ ਐਸ ਟੂ ਦਾ ਇਮੀਡੀਏਟ ਰਾਈਟ ਆਫ ਟੀ, ਇਮੀਡੀਏਟ ਰਾਈਟ ਆਫ ਟੀ। ਹੁਣ ਟੀ ਦੇ ਇਮੀਡੀਏਟ ਰਾਈਟ ਦੇ ਵਿੱਚ ਨਾਰਥ ਫੇਸਿੰਗ ਬਣਾ ਲੈਂਦੇ ਆਪਾਂ ਇਹਨੂੰ, ਤਾਂ ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ ਸਾਡਾ ਇੱਥੇ ਐਸ ਜਿਹੜਾ ਆ ਜਾਊਗਾ। ਐਂਡ Q is to the immediate left of T, Q is the immediate left of T, immediate left ਮਤਲਬ Q ਆ। ਤਾਂ ਦੈਨ ਹੁਣ ਦੇਖੋ ਸਾਡਾ ਇੱਥੇ ਕੀ ਬਚ ਗਿਆ ਸਾਡੇ ਕੋਲ, ਕੀ R ਤੇ P ਜਿਹੜਾ ਸਾਡੇ ਕੋਲ ਬਚ ਗਿਆ ਪਹਿਲੀ ਸਟੇਟਮੈਂਟ ਦੇ ਅਕੋਰਡਿੰਗ। ਕੀ ਆਪਾਂ ਦੱਸ ਸਕਦੇ ਕਿ ਇਸ ਡਾਟੇ ਕੀ, ਉਸ ਤੋਂ ਬਾਅਦ ਸਾਨੂੰ ਮੈਂ ਕੁਐਸਚਨ ਦੀ ਫਾਰਮੇਸ਼ਨ ਦਿਖਾ ਦਿੰਦਾ ਕੀ ਸਾਨੂੰ ਪੁੱਛਿਆ ਹੋਇਆ ਉਹਨਾਂ ਨੇ। ਕਹਿੰਦੇ ਇਫ ਦਾ ਡਾਟਾ ਇਨ ਬੋਥ ਦਾ ਸਟੇਟਮੈਂਟ 1 and 2 ਟੂਗੈਦਰ ਆਰ ਨੈਸੈਸਰੀ ਟੂ ਆਨਸਰ ਦਾ ਕੁਐਸਚਨ, ਕਿ ਦੋਨੋਂ ਡਾਟੇ ਰਲਾ ਕੇ ਸਾਡਾ ਆਨਸਰ ਬਣਾਇਆ ਜਾ ਸਕਦਾ, ਜਾਂ ਇਫ ਦਾ ਡਾਟਾ ਗਿਵਨ ਇਨ ਦਾ ਬੋਥ ਸਟੇਟਮੈਂਟ ਫਸਟ ਐਂਡ ਸੈਕਿੰਡ ਆਰ ਨੋਟ, ਕਹਿੰਦੇ ਦੋਨੇ ਰਲਾ ਕੇ ਨਹੀਂ ਬਣਾਇਆ ਜਾ ਸਕਦਾ। ਤੀਸਰਾ ਕਹਿੰਦੇ ਇਫ ਦਾ ਡਾਟਾ ਗਿਵਨ ਇਨ ਦਾ ਬੋਥ ਸਟੇਟਮੈਂਟ 1 ਅਲੋਨ statement 1 alone and statement if alone and ਇੰਡੀਪੈਂਡੈਂਟਲੀ ਸਫੀਸ਼ੀਐਂਟ ਟੂ ਆਨਸਰ ਦਾ ਕੁਐਸਚਨ। ਸੋ ਸਾਫ਼ ਭਾਸ਼ਾ ਦੇ ਵਿੱਚ ਦੱਸ ਦਿੰਦਾ ਕਿ ਕੱਲੀ ਪਹਿਲੀ ਲਾਈਨ ਤੋਂ ਸਾਡਾ ਆਨਸਰ ਬਣਦਾ ਪਿਆ, ਜਿਵੇਂ ਕਿ ਸਾਨੂੰ ਦੇਖਿਆ ਪਿਆ ਨਹੀਂ ਬਣਦਾ ਪਿਆ। ਦੂਸਰੀ ਦੇ ਵਿੱਚ ਕੀ, ਚੌਥੇ ਦੇ ਵਿੱਚ ਕੀ ਕਿਹਾ ਕਿ ਭਾਈ ਕੱਲਾ ਦੂਸਰੀ ਸਟੇਟਮੈਂਟ ਦੇ ਨਾਲ ਬਣਾਇਆ ਜਾ ਸਕਦਾ। ਸੋ ਇਹ ਡਾਟਾ ਸਫੀਸ਼ੀਐਂਸੀ ਦੇ ਕੀ ਸਾਡੇ ਕੋਲ ਡਾਟਾ ਲੋੜੀਂਦਾ ਹੈਗਾ ਜਿਹੜੀ ਸਾਨੂੰ ਪਹਿਲੀ ਸਟੇਟਮੈਂਟ ਦਿੱਤੀ ਜਾਂ ਦੂਸਰੀ ਸਟੇਟਮੈਂਟ ਦਿੱਤੀ ਆ। ਸੋ ਹੁਣ ਸਾਨੂੰ ਪਤਾ ਲੱਗ ਗਿਆ ਕਿ ਕੱਲੀ ਪਹਿਲੀ ਸਟੇਟਮੈਂਟ ਦੇ ਨਾਲ ਸਾਡਾ ਜਿਹੜਾ ਆਨਸਰ ਬਣਾਇਆ ਨਹੀਂ ਜਾ ਸਕਦਾ। ਸੋ ਸਾਡਾ ਆਪਸ਼ਨ ਨੰਬਰ C ਜਿਹੜਾ ਗਲਤ ਹੋ ਜਾਊਗਾ। ਕਲੀਅਰ ਆ ਚੀਜ਼। ਦੈਨ ਉਸ ਤੋਂ ਬਾਅਦ ਤੇ
ਆਪਾਂ ਦੇਖਦੇ ਹਾਂ ਕਿ ਦੂਸਰੇ ਦੇ ਨਾਲ ਇਕੱਲਾ ਬਣਾਇਆ ਜਾ ਸਕਦਾ। ਹੁਣ ਦੂਸਰੀ ਸਟੇਟਮੈਂਟ ਦੇ ਰਿਗਾਰਡਿੰਗਲੀ ਆਪਾਂ ਕੀ ਦੇਖਾਂਗੇ, ਆ ਦੂਸਰੀ ਸਟੇਟਮੈਂਟ ਦੇ ਰਿਗਾਰਡਿੰਗਲੀ ਮੈਂ ਬਣਾਉਂਗਾ Q is the extreme end of extreme left Q is at the extreme left end of the row। 5 ਬੰਦਿਆਂ ਦੀ ਗੱਲ ਕਰ ਲਈਏ, 1 2 3 4 5, ਦੈਨ Q ਆਪਾਂ ਐਕਸਟ੍ਰੀਮ ਐਂਡ ਤੇ ਬਿਠਾ ਲਈਏ ਭਾਈ, ਬਾਕੀ ਦੇ 4 ਆਪਾਂ ਕਿੱਥੇ ਬਿਠਾ ਲਈਏ। ਸੋ ਇਹ ਤਾਂ ਸਾਡੀ ਦੇਖੋ ਕਿ 4 ਪਲੇਸਾਂ ਦੇ 4 ਬੰਦੇ ਬਿਠਾਣੇ ਆ। ਕਿੰਨੇ ਦੀ ਪ੍ਰੋਬੇਬਿਲਿਟੀ ਬਣ ਗਈ ਤੁਹਾਡੀ ਭਾਈ, 4 ਫੈਕਟੋਰੀਅਲ ਦੀ ਬਣ ਗਈ। ਕਿੱਥੇ ਕਿੱਥੇ ਬਿਠਾਉਂਦੇ ਫਿਰੂਗੇ, ਇਹਦਾ ਮਤਲਬ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਸਕਦਾ। ਹੁਣ ਅਗਰ ਆਪਾਂ ਦੋਨੇ ਡਾਟਿਆਂ ਨੂੰ ਰਲਾ ਕੇ ਦੇਖੀਏ, ਸਾਡੇ ਕੋਲ ਇੱਕ ਸਟੇਟਮੈਂਟ ਇਹ ਦਿੱਤੀ ਹੋਈ ਆ, ਇੱਕ ਸਟੇਟਮੈਂਟ ਆ ਦਿੱਤੀ ਹੋਈ ਆ। ਅਗਰ ਇਸੇ ਡਾਟੇ ਨੂੰ ਮੈਂ ਇੱਥੇ ਪੁੱਟ ਕਰ ਦੇਵਾਂ, ਹੁਣ ਮੈਨੂੰ ਪਤਾ ਕਿ ਜਿਹੜਾ Q ਸੀਗਾ ਉਹ ਇਮੀਡੀਏਟ ਲੈਫਟ ਆਫ T ਸੀਗਾ, ਦੈਨ ਇਹ ਸਾਡੇ ਕੋਲ ਕੀ ਆ ਗਿਆ, ਇਮੀਡੀਏਟ ਲੈਫਟ ਆਫ T। ਦੈਨ ਉਸ ਤੋਂ ਬਾਅਦ ਕੀ ਕਰ ਲਵਾਂ ਮੈਂ, S ਆ ਗਿਆ। ਹੁਣ ਤੁਸੀਂ ਦੇਖੋ ਕਿ ਸਾਨੂੰ ਉਹਨਾਂ ਨੇ ਕੀ ਪੁੱਛਿਆ ਸੀ, ਹੂ ਇਜ਼ ਕਿੱਥੇ ਗਿਆ, ਹੂ ਇਜ਼ ਸਟੈਂਡਿੰਗ ਇਨ ਦਾ ਮਿਡਲ। ਹੁਣ ਦੇਖੋ ਚਾਹੇ R ਇੱਥੇ ਆ ਜਾਵੇ, ਚਾਹੇ P ਇੱਥੇ ਆ ਜਾਵੇ, ਚਾਹੇ R ਇੱਥੇ ਆ ਜਾਵੇ, ਸੌਰੀ ਚਾਹੇ P ਇੱਥੇ ਆ ਜਾਵੇ, ਚਾਹੇ R ਇੱਥੇ ਆ ਜਾਵੇ, ਇਹਨਾਂ ਦੋਨਾਂ ਪਲੇਸਿਸ ਤੇ ਕੋਈ ਵੀ ਬਹਿ ਜਾਵੇ, ਸਾਨੂੰ ਕੋਈ ਮਤਲਬ ਨਹੀਂ। ਪਰ ਸਾਨੂੰ ਕੀ ਉਹਨਾਂ ਨੇ ਪੁੱਛਿਆ ਸੀ, ਹੂ ਇਜ਼ ਇਨ ਦਾ ਮਿਡਲ। ਕੀ ਆਪਾਂ ਦੋਨਾਂ ਇਨਫੋਰਮੇਸ਼ਨ ਨੂੰ ਰਲਾ ਕੇ ਇਹ ਚੀਜ਼ ਡਾਟੇ ਨੂੰ ਬਣਾ ਲਿਆ? ਹਾਂਜੀ। ਸੋ ਦੋਨਾਂ ਡਾਟੇ ਨੂੰ ਰਲਾ ਕੇ ਆਪਾਂ ਸਾਬਤ ਕਰ ਲਿਆ ਕਿ S ਜਿਹੜਾ ਮੇਰੇ ਕੋਲ ਸੈਂਟਰ ਦੇ ਵਿੱਚ ਹੈਗਾ। ਸੋ ਇਹਦਾ ਮਤਲਬ ਕੀ ਆ, ਮੈਨੂੰ ਪਹਿਲੀ ਸਟੇਟਮੈਂਟ ਵੀ ਰਿਕੁਆਇਰਡ ਆ, ਦੂਸਰੀ ਸਟੇਟਮੈਂਟ ਵੀ ਰਿਕੁਆਇਰਡ ਆ। ਮਤਲਬ ਬੋਥ ਦਾ ਕੀ ਲਿਖਿਆ ਹੋਇਆ, ਇਫ ਦਾ ਡਾਟਾ ਇਨ ਬੋਥ ਸਟੇਟਮੈਂਟ ਫਸਟ ਐਂਡ ਸੈਕੰਡ ਟੂਗੈਦਰ, ਇਕੱਠੇ ਹੋ ਕੇ ਉਹ ਆਰ ਨੈਸੈਸਰੀ ਟੂ ਆਨਸਰ ਦਾ ਕੁਐਸਚਨ। ਇਹਦਾ ਮਤਲਬ ਦੋਨੋਂ ਡਾਟੇ ਲੋੜੀਂਦੇ ਆ। ਸੋ ਇਸ ਕਰਕੇ ਆਪਸ਼ਨ ਨੰਬਰ A ਇਸ ਕੁਐਸਚਨ ਦਾ ਸਹੀ ਆਨਸਰ ਹੋ ਜਾਊਗਾ। ਡਾਟਾ ਸਾਨੂੰ ਇਹ ਸਫੀਸ਼ੀਐਂਟ ਸੀਗਾ। ਆਪਸ਼ਨ ਨੰਬਰ B ਗਲਤ ਹੋ ਜਾਊਗਾ, D ਤਾਂ ਇਕੱਲਾ ਹੀ ਗਲਤ ਹੋ ਜਾਊਗਾ, ਕਿਉਂਕਿ ਕੱਲੀ ਸਟੇਟਮੈਂਟ, ਕੱਲੀ ਸੈਕੰਡ ਸਟੇਟਮੈਂਟ ਨਾਲ ਵੀ ਜਿਹੜਾ ਆਪਾਂ ਆਨਸਰ ਉਹ ਨਹੀਂ ਜਿਹੜਾ ਅਸੀਂ ਬਣਾ ਸਕਦੇ, ਜਿਹੜਾ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਹੋਇਆ। ਸੋ ਕੱਲੀ D ਵੀ, ਕੱਲੀ ਸੈਕੰਡ ਵੀ ਗਲਤ ਸੀ, B ਵੀ ਗਲਤ ਆ। ਇਹ ਮਤਲਬ ਦੋਨੋਂ ਸਾਨੂੰ ਰਿਕੁਆਇਰਡ ਆ ਸਾਨੂੰ ਬਣਾਉਣ ਦੇ ਲਈ। ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ, ਬੜਾ ਪਿਆਰਾ ਜਿਹਾ ਕੁਐਸਚਨ ਆ ਤੁਹਾਡਾ। ਤੁਸੀਂ ਦੇਖ ਸਕਦੇ ਆ ਕਿ ਲਾਸਟ ਦੇ ਵਿੱਚ ਕੁਐਸਚਨ ਮਾਰਕ ਆ, ਕਿਵੇਂ ਪਤਾ ਲਗਾਇਆ ਜਾ ਸਕਦਾ। ਅੱਖਾਂ ਦੇ ਇਸ਼ਾਰੇ ਦੇ ਨਾਲ ਹੀ ਤੁਸੀਂ ਜਿਹੜਾ ਕੁਐਸਚਨ ਨੂੰ ਧਾਰਾਸ਼ਾਹੀ ਕਰ ਦੋਗੇ। ਕੀ ਕਰ ਲਓਗੇ ਭਾਈ, ਆ 11 ਲਿਖਿਆ ਤਾਂ 5 ਤੇ 6 ਨੂੰ ਜੋੜ ਲਓ 11, ਉਸ ਤੋਂ ਬਾਅਦ 6 7 ਜੋੜ ਲਓ 13, 8 7 15 ਜੋੜ ਲਓ, ਇਹ ਹੋ ਗਿਆ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ, 11 ਤੇ 13 24, 15 ਤੇ 13 18, 15 ਤੇ 13 28। ਹੁਣ ਯੂਨਿਟ ਡਿਜਿਟ 2 ਆਉਣਾ ਚਾਹੀਦਾ, ਇੱਕੋ ਹੀ ਆਪਸ਼ਨ ਦੇ ਉੱਤੇ ਆ 28 ਤੇ 24 52। ਇੱਕ ਉਹਨੂੰ ਦੇ ਦਿਓ, 27 27 ਕਰ ਲਓ, ਜਿੱਦਾਂ ਵੀ ਮਰਜ਼ੀ ਕਰ ਲਓ, ਜੋੜ ਹੀ ਕਰਨਾ ਆਪਾਂ। 28 ਤੇ 24, 8 4 ਤੇ 2 8, ਆਨਸਰ 1 52। ਆਪਸ਼ਨ ਨੰਬਰ C ਇਸ ਕੁਐਸਚਨ ਦਾ ਜਿਹੜਾ ਆਨਸਰ ਸਹੀ ਹੋ ਜਾਊਗਾ। ਹਾਂਜੀ ਚਲੋ, ਇੱਕ ਕੁਐਸਚਨ ਬਚਿਆ ਤੁਹਾਡਾ, ਇਹ ਵੀ ਆਪਾਂ ਕਰ ਲੈਂਦੇ ਹਾਂ, ਇਹਨੂੰ ਨਾਰਾਜ਼ ਨਹੀਂ ਕਰਨਾ। ਦੈਨ ਥੈਂਕ ਯੂ, ਤੁਹਾਡਾ ਬੜੇ ਪਿਆਰ ਦੇ ਨਾਲ ਆਪਾਂ ਕਰਾਂਗੇ। ਸੋ ਇੱਕ ਸਿਲੋਜਿਜ਼ਮ ਦਾ ਕੁਐਸਚਨ ਹੈ, ਕਹਿੰਦੇ ਸਮ ਵਾਈਲਡ ਲਾਈਫ ਆਰ ਰਿਜ਼ਰਵ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਵੀ ਧਿਆਨ ਦੇ ਨਾਲ ਸਮਝਿਓ। ਇੱਕ ਪੋਸੀਬਲ ਡਾਇਗਰਾਮ ਵੀ ਇਹਦੀ ਜਿਹੜੀ ਮੈਂ ਬਣਾ ਕੇ ਦੱਸੂਗਾ। ਸਮ ਵਾਈਲਡ ਲਾਈਫਸ ਆਰ ਰਿਜ਼ਰਵ। ਸੋ ਸਮ ਵਾਈਲਡ ਲਾਈਫ ਦੀ ਗੱਲ ਕਰਦੇ ਹਾਂ ਆਪਾਂ, ਉਹ ਕੀ ਕਹਿੰਦੇ ਭਾਈ, ਇਹ ਕੀ ਆ, ਰਿਜ਼ਰਵ ਆ। ਉਸ ਤੋਂ ਬਾਅਦ ਕੀ ਕਿਹਾ, ਆਲ ਲੈਂਡ ਆਰ ਫੋਰੈਸਟ। ਇਹ ਹਲੇ ਦੋਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਆਪਾਂ ਅੱਗੇ ਦੇਖ ਲੈਂਦੇ। ਕਹਿੰਦੇ ਸਮ ਰਿਜ਼ਰਵਸ ਆਰ ਨਾਟ ਫੋਰੈਸਟ। ਇਹ ਚੀਜ਼ ਧਿਆਨ ਦੇ ਨਾਲ ਸਮਝਣ ਵਾਲੀ ਹੈ, ਜਿਹੜੀ ਕਿ ਇਹਨਾਂ ਨੇ ਇੱਥੇ ਸਪੈਸ਼ਲ ਸਾਨੂੰ ਮੈਂਸ਼ਨ ਕੀਤੀ ਹੋਈ ਆ। ਮੈਂ ਕਿਹਾ ਕਿ ਆਹ ਰਿਜ਼ਰਵਾਇਰ ਦਾ ਕੁਝ ਹਿੱਸਾ, ਨਾ ਕਿ ਸਾਰੇ ਦਾ ਸਾਰਾ, ਸਿਰਫ ਕੁਝ ਹਿੱਸਾ ਹੀ ਜਿਹੜਾ ਆ ਉਹ ਕੀ ਨਹੀਂ ਆ, ਉਹ ਸਾਡਾ ਫੋਰੈਸਟ ਨਹੀਂ ਆ। ਇਹ ਚੀਜ਼ ਕਲੀਅਰ ਹੋ ਗਈ। ਦੈਨ ਉਸ ਤੋਂ ਬਾਅਦ ਕੀ ਕਿਹਾ ਸੀ ਉਹਨਾਂ ਨੇ, ਆਲ ਲੈਂਡ ਆਰ ਫੋਰੈਸਟ, ਆਲ ਲੈਂਡ ਆਰ ਫੋਰੈਸਟ। ਦੈਨ ਸਾਰੇ ਦੀ ਸਾਰੀ ਲੈਂਡ ਜਿਹੜੀ ਆ ਉਹ ਫੋਰੈਸਟ ਹੋ ਗਈ। ਇਹ ਸਾਡੀ ਵੇਨ ਡਾਇਗਰਾਮ ਬਣ ਗਈ। ਬਹੁਤ ਹੀ ਇੰਪੋਰਟੈਂਟ ਤੁਹਾਡਾ ਕੁਐਸਚਨ ਹੈ, ਇਹਨੂੰ ਪਲੀਜ਼ ਮਾਰਕ ਕਰਿਓ, ਕਿਉਂਕਿ ਕਿਤੇ ਨਾ ਕਿਤੇ ਗਲਤੀ ਹੋਣ ਦੇ ਚਾਂਸਸ ਜਿਹੜੇ ਇਹਦੇ ਵਿੱਚ ਹੈਗੇ ਆ। ਕਿਉਂਕਿ ਸਮ ਨੋਟ ਦੀ ਉਹਨਾਂ ਨੇ ਗੱਲ ਕੀਤੀ ਆ, ਸਮ ਤੇ ਨੋਟ ਦਾ ਸਾਡੇ ਕੋਲ ਜ਼ਿਕਰ ਜਿਹੜਾ ਜ਼ਰੂਰ ਚੱਲਿਆ ਹੋਇਆ। ਉਹਨਾਂ ਕਹਿੰਦੇ ਆਲ ਲੈਂਡ ਕੈਨ ਨੈਵਰ ਵੀ, ਪੋਸੀਬਿਲਿਟੀ ਚੱਲ ਗਈ, ਕੈਨ ਨੈਵਰ ਵੀ ਰਿਜ਼ਰਵਾਇਰ। ਪੋਸੀਬਿਲਿਟੀ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਕਦੀ ਵੀ, ਕਹਿੰਦੇ ਸਾਰੇ ਦਾ ਸਾਰਾ ਲੈਂਡ ਆ ਜਿਹੜਾ ਉਹ ਕਦੀ ਵੀ ਰਿਜ਼ਰਵਾਇਰ ਨਹੀਂ ਹੋ ਸਕਦਾ। ਇਹ ਚੀਜ਼ ਕਲੀਅਰ ਆ, ਇਹਨੂੰ ਹੋਲਡ ਕਰ ਲਓ। ਦੂਸਰੀ ਸਟੇਟਮੈਂਟ ਦੇਖਦੇ, ਕਹਿੰਦੇ ਸਮ ਰਿਜ਼ਰਵਾਇਰ ਆਰ ਫੋਰੈਸਟ, ਸਮ ਰਿਜ਼ਰਵਾਇਰ ਆਰ ਫੋਰੈਸਟ। ਤੁਸੀਂ ਦੇਖ ਲਓ ਕਿ ਹਾਂ, ਉਹਨਾਂ ਨੇ ਇੰਨੀ ਗੱਲ ਤਾਂ ਕਹਿਤੀ ਕਿ ਰਿਜ਼ਰਵਾਇਰ ਦਾ ਕੁਝ ਹਿੱਸਾ ਜਿਹੜਾ ਫੋਰੈਸਟ ਨਹੀਂ ਆ, ਪਰ ਜਿਹੜਾ ਆਹ ਹਿੱਸਾ ਰਹਿ ਗਿਆ, ਕੀ ਇਹ ਫੋਰੈਸਟ ਹੋਊਗਾ? ਇਹ ਫੋਰੈਸਟ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਪਰ ਆਪਾਂ ਡੈਫੀਨੇਟਲੀ ਨਹੀਂ ਦੱਸ ਸਕਦੇ। ਇਹਦਾ ਮਤਲਬ ਇਹ ਡਾਊਟਫੁਲ ਆ, ਮਤਲਬ ਇਹ ਗਲਤ ਹੈ। ਆਪਾਂ ਡੈਫੀਨੇਟ ਟਿੱਪਣੀ ਨਹੀਂ ਕਰ ਸਕਦੇ। ਇਹ ਪੂਰਨ ਤੌਰ ਤੇ ਗਲਤ ਨਹੀਂ ਹੈ, ਇਹ ਡੈਫੀਨੇਟ ਦੇ ਵਿੱਚ ਗਲਤ ਨਹੀਂ ਹੈ, ਇਹ ਲੌਜੀਕਲੀ ਡਜ਼ ਨਾਟ ਫੋਲੋ ਆ। ਦੈਨ ਉਸ ਤੋਂ ਬਾਅਦ ਸਭ ਤੋਂ ਮੋਸਟ ਇੰਪੋਰਟੈਂਟ ਆਹ ਗੱਲ ਕਰਦੇ ਆਪਾਂ, ਆਲ ਲੈਂਡ ਕੈਨ ਨੈਵਰ ਵੀ ਰਿਜ਼ਰਵਾਇਰ, ਆਲ ਲੈਂਡ ਕੈਨ ਨੈਵਰ ਵੀ ਰਿਜ਼ਰਵਾਇਰ। ਉਹ ਕਹਿੰਦੇ ਕਿ ਸਾਰੇ ਦਾ ਸਾਰਾ ਜਿਹੜਾ ਲੈਂਡ ਆ ਉਹ ਕਦੀ ਵੀ ਰਿਜ਼ਰਵਾਇਰ ਨਹੀਂ ਹੋ ਸਕਦਾ। ਇਹ ਜਿਹੜੀ ਸਟੇਟਮੈਂਟ ਉਹ ਝੂਠੀ ਆ। ਕਿਵੇਂ? ਅਗਰ ਮੈਂ ਇਹਦੀ ਪੋਸੀਬਲ ਡਾਇਗਰਾਮ ਬਣਾ ਕੇ ਤੁਹਾਨੂੰ ਦਿਖਾਲਾਂ
ਕਿਹਦੀ ਆ ਅਗਰ ਤੁਹਾਡਾ ਪੂਰੇ ਦਾ ਪੂਰਾ ਤੁਹਾਡਾ ਆਹ ਰੈਜ਼ਰਵਾਇਰ ਹੋ ਗਿਆ, ਆ ਤੁਹਾਡਾ ਪੂਰੇ ਦਾ ਪੂਰਾ ਰੈਜ਼ਰਵਾਇਰ ਹੋ ਗਿਆ, ਦੈਨ ਉਹਦੇ ਵਿੱਚ ਮੈਂ ਤੁਹਾਡਾ ਬਣਾ ਦੇਵਾਂ ਕੀ ਬਣਾ ਦੇਵਾਂ ਤੁਹਾਡਾ ਆ ਤੁਹਾਡਾ ਫੋਰੈਸਟ ਬਣਾ ਦੇਵਾਂ, ਆ ਤੁਹਾਡਾ ਫੋਰੈਸਟ ਬਣਾ ਦੇਵਾਂ। ਦੈਨ ਫੋਰੈਸਟ ਦੇ ਅੰਡਰ ਕੀ ਆ ਆਪਣੀ ਸਾਰੇ ਦੀ ਸਾਰੀ ਜਿਹੜੀ ਲੈਂਡ ਆ ਗਈ। ਤੇ ਉਹਨਾਂ ਨੇ ਸਾਨੂੰ ਇੱਕ ਚੀਜ਼ ਕਹੀ ਹੋਈ ਹੈ ਕਿਹੜੀ ਕਿ ਰੈਜ਼ਰਵਾਇਰ ਦਾ ਕੁਝ ਹਿੱਸਾ ਆ ਹਿੱਸਾ ਕੀ ਆ ਉਹ ਫੋਰੈਸਟ ਨਹੀਂ ਆ। ਸੋ ਕੀ ਦੇਖੋ ਸਾਰੇ ਦੀ ਸਾਰੀ ਲੈਂਡ ਰੈਜ਼ਰਵਾਇਰ ਹੋ ਸਕਦੀ ਹੈ ਕਿ ਨਹੀਂ, ਸਾਰੇ ਦੀ ਸਾਰੀ ਲੈਂਡ ਰੈਜ਼ਰਵਾਇਰ ਹੋ ਸਕਦੀ ਆ। ਤਾਂ ਦੈਨ ਸਟੇਟਮੈਂਟ ਤਾਂ ਹੁਣ ਵੀ ਸਹੀ ਹੈ ਕਿ ਰਿਜ਼ਰਵ ਦਾ ਕੁਝ ਹਿੱਸਾ, ਸਿਰਫ ਕੁਝ ਹਿੱਸਾ ਜਿਹੜਾ ਫੋਰੈਸਟ ਨਹੀਂ ਹੈ, ਨਾ ਕਿ ਉਹਨਾਂ ਨੇ ਕਿਹਾ ਕਿ ਸਾਰੇ ਦਾ ਸਾਰਾ ਜਿਹੜਾ ਰਿਜ਼ਰਵ ਜਿਹੜਾ ਫੋਰੈਸਟ ਨਹੀਂ ਆ। ਸੋ ਇਹਦਾ ਮਤਲਬ ਆਹ ਜਿਹੜਾ ਪੋਸੀਬਿਲਿਟੀ ਇਹ ਜਿਹੜੀ ਗਲਤ ਆ, ਸੋ ਇਹ ਪੋਸੀਬਿਲਿਟੀ ਟਰੂ ਹੋ ਸਕਦੀ ਆ। ਸੋ ਨਨ ਫੋਲੋ ਇਸ ਕੁਐਸਚਨ ਦਾ ਜਿਹੜਾ ਆਨਸਰ ਉਹ ਸਹੀ ਹੋ ਜਾਊਗਾ। ਹੋਪ ਸੋ ਤੁਹਾਨੂੰ ਇਹ ਕੁਐਸਚਨ ਜ਼ਰੂਰ ਕਲੀਅਰ ਹੋਗਾ। ਪ੍ਰੀਵੀਅਸ ਈਅਰ ਸੀਗਾ ਤੁਹਾਡੇ, ਸਰਚ ਕਰਿਓ ਕਿੱਥੇ ਕਿਨੇ ਇਹ ਕੁਐਸਚਨ ਜਿਹੜੇ ਗਲਤ, ਆਹ ਵਾਲਾ ਕੁਐਸਚਨ ਕਿਨੇ ਗਲਤ ਕੀਤਾ ਸੀ ਤੇ ਕਿਨੇ ਸਹੀ ਕੀਤਾ ਸੀ। ਤੇ ਪੇਪਰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਅਗਰ ਤੁਹਾਨੂੰ ਪਤਾ ਲੱਗ ਸਕਦਾ। ਸੋ ਥੈਂਕ ਯੂ, ਬਹੁਤ ਹੀ ਪਿਆਰਾ ਜਿਹਾ ਮਿਲਾਂਗੇ ਆਪਾਂ ਆਉਣ ਵਾਲੇ ਸੈਸ਼ਨਾਂ ਦੇ ਵਿੱਚ। ਤਦ ਤੱਕ ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਜ਼ਰੂਰ ਰੱਖਿਓ। ਬਾਏ ਬਾਏ, ਟੇਕ ਕੇਅਰ ਤੇ ਪੜ੍ਹਦੇ ਜ਼ਰੂਰ ਰਹੋ। ਕੋਈ ਵੀ ਦਿੱਕਤ ਪਰੇਸ਼ਾਨੀ ਹੋਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਿਹੜਾ ਆਪਣਾ ਦੱਸ ਸਕਦੇ ਹੋ। ਥੈਂਕ ਯੂ।